ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਸਾਰਿਆਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ 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 ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਉਧਰ ਆਪ ਜੀ ਨੇ ਸੁਣਿਆ ਨਾਨਕ ਮੱਤੇ ਦੀ ਧਰਤੀ ਤੇ ਸਤਿਗੁਰੂ ਜੀ ਦੀ ਯਾਦਗਾਰ ਮਹਾਰਾਜ ਜੀ ਦੇ ਅਸਥਾਨ ਦੀ ਬੇਅਦਬੀ ਸਿੱਧਾਂ ਨੇ ਕੀਤੀ ਹੈ ਜੀ। ਭਾਈ ਅਲਮਸਤ ਜੀ ਨੂੰ ਬਹੁਤ ਬੁਰਾ ਭਲਾ ਬੋਲਿਆ। ਭਾਈ ਅਲਮਸਤ ਜੀ ਨਾਨਕ ਮੱਤੇ ਦੀ ਧਰਤੀ ਤੇ ਬੈਠ ਕੇ ਹਰ ਰੋਜ਼ ਅਰਦਾਸਾਂ ਕਰ ਰਹੇ ਹੈ, ਛੇਵੇਂ ਪਾਤਸ਼ਾਹ ਆਪ ਮੇਰੇ ਕੋਲ ਛੇਤੀ ਆਓ। ਦੂਸਰੇ ਪਾਸੇ ਭਾਈ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ, ਜੋ ਕਿ ਦੋਵੇਂ ਪਤੀ ਪਤਨੀ ਹਨ ਜੀ, ਦੋਵੇਂ ਗੁਰੂ ਜੀ ਦੇ ਬਹੁਤ ਵੱਡੇ ਸਿੱਖ ਹਨ ਜੀ। ਭਾਈ ਸਾਈਂ ਦਾਸ ਜੀ ਨੇ ਨਵਾਂ ਘਰ ਬਣਾਇਆ। ਨਵੇਂ ਘਰ ਦੇ ਵਿੱਚ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਣ, ਇਹ ਫੁਰਨਾ ਬਣਾ ਕੇ ਉਹ ਬੈਠੇ ਨੇ ਜੀ। ਹੁਣ ਬਾਹਰ ਇੱਕ ਬੰਨੇ ਕੱਚਾ ਕੋਠਾ ਬਣਾਇਆ, ਆਪ ਉੱਥੇ ਰਹਿੰਦੇ ਆ। ਨਵਾਂ ਘਰ ਬੰਦ ਰੱਖਿਆ ਜੀ। ਤੇ ਸੰਗਤ ਜੀ, ਕੱਲ ਤੁਸੀਂ ਸੁਣਿਆ ਬੀਬੀ ਰਾਮੋ ਜੀ ਆਪਣੇ ਪਤੀ ਨੂੰ ਕਹਿੰਦੇ ਆ, ਕਹਿੰਦੇ ਪਤੀ ਦੇਵ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਹੈ। ਕਹਿੰਦੇ ਦੱਸ ਰਾਮੋ। ਕਹਿਣ ਲੱਗੇ ਪਤੀ ਜੀ, ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਹੀ ਨਹੀਂ ਹੈ, ਸੱਚੇ ਪਾਤਸ਼ਾਹ ਨੂੰ ਬੇਨਤੀ ਨਹੀਂ ਕੀਤੀ, ਤੇ ਮਹਾਰਾਜ ਕਿਵੇਂ ਆਉਣਗੇ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤਸਰ ਜਾਈਏ, ਅੰਮ੍ਰਿਤਸਰ ਜਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਤੇ ਨਾਲ ਲੈ ਕੇ ਆਖੀਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਸਾਈਂ ਦਾਸ ਜੀ ਦੀ ਹੋਰ ਵੱਡੀ ਭਾਵਨਾ ਜੀ, ਬੀਬੀ ਰਾਮੋ ਜੀ ਤੋਂ ਵੀ ਵੱਡੀ ਭਾਵਨਾ ਜਿਹੜੀ ਉਹ ਬਾਬਾ ਸਾਈਂ ਦਾਸ ਜੀ ਦੀ ਹੈ ਜੀ। ਬਾਬਾ ਸਾਈਂ ਦਾਸ ਜੀ ਕਹਿੰਦੇ ਭਾਗਾਂ ਵਾਲੀਏ ਜਾਈਏ ਉਹਦੇ ਕੋਲ, ਸੱਦਾ ਉਹਨੂੰ ਦਈਏ ਜਿਹਨੂੰ ਪਤਾ ਨਾ ਹੋਵੇ ਕੁਛ ਕਹਿਣ ਲੱਗੇ। ਅਸੀਂ ਬੈਠੇ ਹਾਂ ਘਰ ਦੇ ਬਾਹਰ, ਪ੍ਰਣ ਕੀਤਾ ਸੱਚੇ ਪਾਤਸ਼ਾਹ ਆਉਣਗੇ ਤੇ ਅਸੀਂ ਅੰਦਰ ਜਾਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਮਰੱਥ ਨੇ। ਇਹ ਤਾਂ ਉਹਨਾਂ ਬੰਦਿਆਂ ਨੂੰ ਗੱਲਾਂ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਪਤਾ ਨਾ ਹੋਵੇ ਕੁਛ। ਜਿਨ੍ਹਾਂ ਨੂੰ ਪਹਿਲਾਂ ਹੀ ਸਾਰੀ ਗੱਲ ਦਾ ਪਤਾ, ਉਹਨਾਂ ਨੂੰ ਅਸੀਂ ਕੀ ਦੱਸ ਸਕਦੇ ਹਾਂ? ਬਾਹਰ ਬੈਠੇ ਨੇ ਜੀ। ਕੁਝ ਦਿਨ ਹੋਰ ਲੰਘ ਗਏ। ਬੇਬੇ ਰਾਮੋ ਜੀ ਨੇ ਫਿਰ ਸਾਈਂ ਦਾਸ ਜੀ ਨੂੰ ਆਖਿਆ, ਪਤੀ ਜੀ ਆਪਾਂ ਚਿੱਠੀ ਲਿਖ ਲਈਏ। ਆਖੋ ਵਾਹਿਗੁਰੂ ਵਾਹਿਗੁਰੂ। ਚਲੋ ਆਪ ਨਹੀਂ ਜਾਣਾ, ਚਿੱਠੀ ਲਿਖ ਦਈਏ ਕਿ ਗੁਰੂ ਹਰਗੋਬਿੰਦ ਸਾਹਿਬ ਨਵਾਂ ਘਰ ਬਣਾਇਆ ਤੇ ਤੁਸੀਂ ਸਾਡੇ ਕੋਲ ਆਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਫਿਰ ਸਾਈਂ ਦਾਸ ਜੀ ਕਹਿੰਦੇ ਰਾਮੋ ਭਾਗਾਂ ਵਾਲੀਏ, ਗੁਰੂ ਜੀ ਨੂੰ ਚਿੱਠੀ ਲਿਖ ਕੇ ਬੁਲਾਇਆ ਤੇ ਕੀ ਬੁਲਾਇਆ? ਮਹਾਰਾਜ ਸਮਰੱਥ ਨੇ, ਸੱਚੇ ਪਾਤਸ਼ਾਹ ਆਪ ਰੱਬ ਪਰਮੇਸ਼ਰ ਹਨ। ਅਸੀਂ ਬਾਹਰ ਬੈਠੇ, ਗੁਰੂ ਜੀ ਨੂੰ ਪਤਾ, ਗੁਰੂ ਜੀ ਆਪੇ ਹੀ ਆਉਣਗੇ। ਸਾਈਂ ਦਾਸ ਜੀ ਇੰਨੀ ਜ਼ਿਆਦਾ ਪ੍ਰੇਮ ਭਾਵਨਾ ਦੇ ਵਿੱਚ ਗੜੁੰਦ ਹੋਏ ਆ, ਹਰ ਰੋਜ਼ ਵਧੀਆ ਤੋਂ ਵਧੀਆ ਸਮਾਨ ਤਿਆਰ ਕਰਦੇ ਆ ਜੀ। ਜਦੋਂ ਮਹਾਰਾਜ ਆਉਣਗੇ ਆ ਪਦਾਰਥ ਇੰਜ ਮਹਾਰਾਜ ਨੂੰ ਦੇਣਾ, ਬਸਤਰ ਗਹਿਣੇ ਵਿਭੂਖਣ ਬੜਾ ਕੁਝ ਤਿਆਰ ਕਰਕੇ ਰੱਖਿਆ ਜੀ। ਪਿਆਰ ਵਾਲੇ ਜਿਹੜੇ ਹੁੰਦੇ ਆ ਸੰਗਤ ਦੀ, ਫਿਰ ਉਹ ਤਿਆਰੀ ਰੱਖਦੇ ਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਉਹ ਤਿਆਰੀ ਰੱਖਦੇ ਆ। ਅਸੀਂ ਵੇਖੀਏ ਸਾਡੇ ਘਰ ਕੋਈ ਪ੍ਰਾਹੁਣਾ ਆਉਣਾ ਹੋਵੇ, ਆਪਾਂ ਕਹਿੰਦੇ ਜਦੋਂ ਉਹ ਆਊ ਤੇ ਅਸੀਂ ਇੰਜ ਕਰਨਾ।
ਆਹ ਵਸਤੂ ਛਕਾਵਾਂਗੇ, ਇਹਦੇ ਤੋਂ ਬਾਅਦ ਆਹ ਛਕਾਵਾਂਗੇ, ਇਹਦੇ ਤੋਂ ਬਾਅਦ ਆਹ ਛਕਾਵਾਂਗੇ। ਤੇ ਸਾਈਂ ਦਾਸ ਜੀ ਨੇ ਬੈੱਡ ਬਣਾਇਆ ਮਹਾਰਾਜ ਵਾਸਤੇ ਬੜਾ ਵਧੀਆ ਜੀ, ਪਲੰਘਾ ਬਣਾਇਆ। ਪਲੰਘਾ ਬਣਵਾ ਕੇ ਮਨ ਦੀ ਇਹ ਭਾਵਨਾ ਵੀ ਜਦੋਂ ਮਹਾਰਾਜ ਆਉਣਗੇ ਮੈਂ ਮਹਾਰਾਜ ਨੂੰ ਪਲੰਘੇ ਦੇ ਉੱਤੇ ਬਿਠਾਉਣਾ ਹੈ। ਤੇ ਫਿਰ ਆਪ ਮੈਂ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖਲੋ ਜਾਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣਾ, ਮਹਾਰਾਜ ਹੁਕਮ ਕਰੋ ਕੀ ਕਰਾਂ। ਵੇਖੋ ਅੰਦਰ ਦੀ ਭਾਵਨਾ ਜੀ। ਹੁਣ ਸਾਈਂ ਦਾਸ ਜੀ ਨਾ ਆਪ ਆਏ ਤੇ ਨਾ ਚਿੱਠੀਆਂ। ਸਾਈਂ ਦਾਸ ਜੀ ਨੇ ਇਹ ਗੱਲ ਸਿੱਧ ਕਰ ਦਿੱਤੀ, ਇਤਿਹਾਸ ਵਿਖਾ ਦਿੱਤਾ ਬਣਾ ਕੇ ਲੋਕਾਂ ਨੂੰ, ਪਿਆਰਿਓ ਤੁਸੀਂ ਨਾ ਚਿੱਠੀ ਲਿਖੋ ਨਾ ਆਪ ਕੋਲ ਜਾਓ, ਅੰਦਰੋਂ ਘਰ ਬੈਠੇ ਗੁਰੂ ਜੀ ਨੂੰ ਪ੍ਰੇਮ ਨਾਲ ਯਾਦ ਕਰੋ, ਗੁਰੂ ਜੀ ਤੁਹਾਡੇ ਕੋਲ ਆਉਣਗੇ। ਪਰ ਇਹ ਕਥਾ ਸੁਣ ਕੇ ਹੁਣ ਇਹ ਭਾਵਨਾ ਨਾ ਬਣਾ ਲਿਓ ਵੀ ਆਪਾਂ ਗੁਰਦੁਆਰੇ ਨਹੀਂ ਜਾਣਾ, ਮਹਾਰਾਜ ਜੀ ਮੇਰੇ ਘਰ ਆਉਣਗੇ। ਇਹ ਵੀ ਗੱਲ ਮਾੜੀ ਹੈਗੀ ਜੀ। ਸਾਈਂ ਦਾਸ ਜੀ ਸਵਾਸ ਸਵਾਸ ਨਾਮ ਜਪਣ ਵਾਲੇ ਗੁਰਸਿੱਖ ਅਭਿਆਸੀ ਮਹਾਂਪੁਰਖ ਨੇ। ਸਾਈਂ ਦਾਸ ਜੀ ਕੋਈ ਆਮ ਹਸਤੀ ਨਹੀਂ ਹੈਗੇ ਜੀ। ਕਿਉਂ ਅੱਜ ਕੱਲ੍ਹ ਬੜਾ ਪ੍ਰਚਾਰ ਕੀਤਾ ਜਾਂਦਾ ਵੀ ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈਗੀ ਜੀ, ਰੱਬ ਤੇ ਤੁਹਾਡੇ ਅੰਦਰ ਹੈਗਾ ਜੀ, ਅੰਦਰੋਂ ਰੱਬ ਨੂੰ ਪ੍ਰਗਟ ਕਰੋ। ਨਹੀਂ, ਗੁਰੂ ਘਰ ਤੇ ਸਿੱਖ ਨੇ ਜਾਣਾ ਜੀ। 2 ਟਾਈਮ ਸੰਗਤ ਕਰਨ ਦਾ ਹੁਕਮ ਹੈ ਗੁਰੂ ਜੀ ਦਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਬਾਬਾ ਸਾਈਂ ਦਾਸ ਜੀ ਦਾ ਪਿਆਰ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚ ਗਿਆ ਜੀ। ਮਹਾਰਾਜ ਬੈਠੇ ਫੁਰਨਾ ਬਣਾ ਰਹੇ ਵੀ ਇੱਕ ਬੰਨੇ ਨਾਨਕ ਮੱਤਾ ਜੀ ਫਕੀਰ ਬਹੁਤ ਜ਼ਰੂਰੀ ਯਾਦ ਕਰ ਰਿਹਾ, ਸਤਿਗੁਰੂ ਦੇ ਅਸਥਾਨ ਦੀ ਬੇਅਦਬੀ ਹੋਈ। ਤੇ ਦੂਸਰਾ ਕਈ ਦਿਨਾਂ ਤੋਂ ਬਾਬਾ ਸਾਈਂ ਦਾਸ ਜੀ ਘਰ ਦੇ ਬਾਹਰ ਬੈਠੇ ਹੈ, ਉਹ ਵੀ ਸਾਨੂੰ ਅਰਦਾਸਾਂ ਕਰਕੇ ਬੁਲਾ ਰਹੇ ਹੈ ਜੀ। ਕਮਾਲ ਦੀ ਗੱਲ ਤੁਸੀਂ ਕੱਲ ਕਥਾ ਸੁਣੀ ਹੈ, ਗੁਰੂ ਹਰਗੋਬਿੰਦ ਸਾਹਿਬ ਖੁਦ ਸੋਚਣ ਤੇ ਮਜਬੂਰ ਹੋ ਗਏ ਵੀ ਕੀ ਕਰੀਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਖੁਦ ਸੋਚਣ ਤੇ ਮਜਬੂਰ ਹੋ ਗਏ। ਮਹਾਰਾਜ ਨੇ ਮਾਤਾ ਦਮੋਦਰੀ ਜੀ ਨੂੰ ਗੱਲ ਕੀਤੀ, ਮਾਤਾ ਜੀ ਨਾਲ ਗੱਲ ਕੀਤੀ। ਸ਼ਾਮ ਨੂੰ ਮਹਾਰਾਜ ਬੈਠੇ, ਸੱਚੇ ਪਾਤਸ਼ਾਹ ਕਹਿਣ ਲੱਗੇ, ਦਮੋਦਰੀ ਤੁਹਾਡੀ ਭੈਣ ਰਾਮੋ ਤੇ ਰਾਮੋ ਦਾ ਪਤੀ ਘਰ ਬਣਾ ਕੇ ਬਾਹਰ ਬਹਿ ਗਏ ਵੀ ਉਹ ਆਉਣਗੇ ਤੇ ਅਸੀਂ ਅੰਦਰ ਜਾਣਾ। ਇਸ ਕਰਕੇ ਬੜੇ ਲੰਮੇ ਸਮੇਂ ਤੋਂ ਉਹ ਆਏ ਨਹੀਂ ਸਾਡੇ ਕੋਲ। ਤੇ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਾਤਾ ਜੀ ਕਹਿਣ ਲੱਗੇ ਜੀ ਫਿਰ ਜਾਣਾ ਚਾਹੀਦਾ। ਤੇ ਮਹਾਰਾਜ ਕਹਿਣ ਲੱਗੇ, ਦਮੋਦਰੀ ਜੀ ਉਧਰ ਵੀ ਜਾਣਾ ਤੇ ਨਾਨਕ ਮੱਤੇ ਵੀ ਜਾਣਾ ਪੈਣਾ ਸਾਨੂੰ। ਮਹਾਰਾਜ ਫਿਰ ਜੋ ਤੁਹਾਡੀ ਇੱਛਾ ਤੁਸੀਂ ਉਹ ਕਰੋ ਸੱਚੇ ਪਾਤਸ਼ਾਹ। ਗੁਰੂ ਜੀ ਨੇ ਫਿਰ ਮਾਤਾ ਗੰਗਾ ਜੀ ਨਾਲ ਗੱਲ ਕੀਤੀ ਜੀ। ਮਾਤਾ ਗੰਗਾ ਜੀ ਨੂੰ ਮਹਾਰਾਜ ਪੁੱਛਦੇ, ਮਹਾਰਾਜ ਕਹਿੰਦੇ, ਮਾਤਾ ਜੀ ਇੱਕ ਬੰਨੇ ਤੁਹਾਡੀ ਨਹੁੰ ਦੀ ਭੈਣ ਬੀਬੀ ਰਾਮੋ ਤੇ ਉਹਦਾ ਪਤੀ ਸਾਈਂ ਦਾਸ, ਦੋਵੇਂ ਜੀ ਪਿਆਰ ਨਾਲ ਬੈਠੇ ਸਾਨੂੰ ਯਾਦ ਕਰਦੇ, ਅਰਦਾਸਾਂ ਕਰਦੇ ਆ। ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਬੇਅਦਬੀ ਹੋਈ ਹੈ, ਭਾਈ ਅਲਮਸਤ ਸਾਨੂੰ ਦਿਨ ਰਾਤ ਹੀ ਯਾਦ ਕਰ ਰਿਹਾ ਹੈ। ਮਾਤਾ ਜੀ ਦੱਸੋ ਕਿਸ ਪਾਸੇ ਜਾਈਏ? ਇਹ ਮਾਤਾ ਜੀ ਹੁਣ ਤੁਸੀਂ ਨਿਰਣਾ ਦੇ ਦਿਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਬੜੇ ਸਿਆਣੇ ਹੋ, ਵੱਡੇ ਹੋ, ਮੈਂ ਤੁਹਾਨੂੰ ਕੀ ਦੱਸ ਸਕਦੀ ਹਾਂ, ਪਰ ਜੇ ਗੱਲ ਕਰੀਏ ਨਾਨਕ ਮੱਤੇ ਦੀ ਤੇ ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਕਿਉਂ? ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੀ ਬੇਅਦਬੀ ਕਰ ਰਹੇ ਨੇ ਉਹ, ਤੇ ਸਭ ਕੁਝ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤੇ ਜੇ ਬਾਬਾ ਸਾਈਂ ਦਾਸ ਜੀ ਤੇ ਰਾਮੋ ਦੀ ਗੱਲ ਹੈ ਤੇ ਮੈਂ ਆਪਣੀਆਂ ਨੋਹਾਂ ਨੂੰ ਲੈ ਕੇ ਤੇ ਉੱਥੇ ਚਲੇ ਜਾਂਦੀ ਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੱਲ ਤੇ ਕੁਝ ਵੀ ਨਹੀਂ ਹੈਗੀ ਸੰਗਤ ਜੀ, ਗੱਲ ਤੇ ਐਡਜਸਟਮੈਂਟ ਦੀ ਹੈਗੀ ਹੈ ਜੀ, ਐਡਜਸਟਮੈਂਟ ਦੀ। ਮਾਤਾ ਜੀ ਨੇ ਕਰ ਲਈ ਜੀ। ਹਾਂਜੀ, ਮਹਾਰਾਜ ਦਾ ਉੱਧਰ ਜਾਣਾ ਵੀ ਜ਼ਰੂਰੀ, ਉੱਧਰ ਜਾਣਾ ਵੀ ਜ਼ਰੂਰੀ ਹੈਗਾ ਜੀ। ਹਾਂਜੀ, ਵਿਚਾਰ ਨਾਲ ਜਿਹੜਾ ਕੰਮ ਹੋ ਜੇ ਉਹ ਸੌਖਾ ਹੋ ਜਾਂਦਾ। ਆਖੋ ਵਾਹਿਗੁਰੂ। ਹੁਣ ਇਹ ਗੱਲਾਂ ਗੁਰੂ ਸਾਹਿਬ ਨੇ ਸਾਨੂੰ ਵਰਤਾ ਕੇ ਦੱਸ ਦਿੱਤੀਆਂ ਜੀ, ਆਪ ਵਰਤਾ ਕੇ ਦੱਸ ਦਿੱਤੀਆਂ।
ਸੋ ਹੁਣ ਇਹਦੇ ਤੋਂ ਅੱਗੇ ਅੱਜ ਦੀ ਕਥਾ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਦਾ ਧਰੋ ਧਿਆਨ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬ੍ਰਿਧ ਜੁਤ ਸਭਨ ਮਸੰਦਨ ਸੰਗ। ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਤੁਸੀਂ ਤੇ ਸਾਡੇ ਮਨ ਦੀ ਗੱਲ ਕਰਦੀ ਕਹਿਣ ਲੱਗੇ। ਸਾਡੇ ਮਨ 'ਚ ਵੀ ਐਸਾ ਸੀ, ਤੁਸੀਂ ਚੱਲੋ ਡਰੌਲੀ ਸਾਈਂ ਦਾਸ ਜੀ ਦੇ ਘਰ ਤੇ ਅਸੀਂ ਨਾਨਕ ਮੱਤਿਓਂ ਹੋ ਕੇ ਆਵਾਂਗੇ ਕਹਿਣ ਲੱਗੇ। ਇਹ ਬਚਨ ਕਰਕੇ ਮਹਾਰਾਜ ਬਾਹਰ ਆਏ ਤੇ ਫਿਰ ਬ੍ਰਿਧ ਜੁਤ ਸਭਨ ਮਸੰਦਨ ਸੰਗ ਬਾਹਰ ਬੈਠੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ, ਬਾਬਾ ਜੀ ਬੈਠੇ, ਹੋਰ ਮਸੰਦ ਬੈਠੇ। ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦੱਸਿਆ ਜੀ। ਹਾਂਜੀ, ਚੱਲਬੇ ਬਰਨਿਓ ਸਕਲ ਪ੍ਰਸੰਗ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣ ਬਾਰੇ ਦੱਸਿਆ ਜੀ, ਸਾਰੀ ਗੱਲ ਦੀ ਵੀ ਅਸੀਂ ਕਿੱਥੇ ਜਾਣਾ ਹੈ। ਹਾਂਜੀ, ਬਨਿਓ ਅਵਸ਼ਕ ਜਾਨ ਹਮਾਰਾ। ਮਹਾਰਾਜ ਕਹਿਣ ਲੱਗੇ ਬਾਬਾ ਜੀ ਸਾਡਾ ਜਾਣਾ ਹੁਣ ਬਹੁਤ ਜ਼ਰੂਰੀ ਬਣ ਗਿਆ ਸੀ ਕਹਿਣ ਲੱਗੇ। ਹਾਂਜੀ, ਕਰ ਨਿਰਣੈ ਚਿਤ ਲੀਨ ਵਿਚਾਰਾ। ਤੇ ਜਾਣਾ ਕਿੱਥੇ ਹੈ ਇਹ ਹੁਣ ਫੈਸਲਾ ਹੋ ਗਿਆ ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਫੈਸਲਾ ਹੋ ਗਿਆ, ਨਿਰਣਾ ਹੋ ਗਿਆ ਕਹਿਣ ਲੱਗੇ। ਹਾਂਜੀ, ਥਿਰਹੁ ਬਿਰਹੁ ਹੋਨ ਤੇ ਸਭ ਅਕੁਲਾਏ। ਹਾਂਜੀ, ਨਿਜ ਨਿਜ ਹਿਤ ਕੇ ਬਾਕ ਸੁਨਾਏ। ਤੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਅਸੀਂ ਨਾਨਕ ਮੱਤੇ ਜਾਵਾਂਗੇ। ਮਾਤਾ ਜੀ ਹੋਣੀ ਸਾਈਂ ਦਾਸ ਜੀ ਦੇ ਕੋਲ ਜਾਣਗੇ ਤੇ ਤੁਸੀਂ ਇੱਥੇ ਸੇਵਾ 'ਚ ਰਹਿਣਾ। ਜਦੋਂ ਸਾਰਿਆਂ ਨੇ ਇਹ ਗੱਲ ਸੁਣੀ, ਉਹਨਾਂ ਨੂੰ ਕੁਝ ਸਮੇਂ ਦੇ ਵਿਛੋੜਿਆ ਸੀ ਨਾ ਜਿਹੜਾ, ਉਹ ਦੁਖੀ ਕਰ ਦਿੱਤਾ ਜੀ ਵੀ ਕੁਝ ਦਿਨ ਮਹਾਰਾਜ ਦੇ ਦਰਸ਼ਨ ਨਹੀਂ ਹੋਣੇ, ਮਹਾਰਾਜ ਦੀ ਸੰਗਤ ਨਹੀਂ ਹੋਣੀ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਨੇ ਸਾਰਿਆਂ ਨੂੰ ਧੀਰਜ ਦਿੱਤਾ ਜੀ। ਦੀਨ ਅਖਿਲ ਕੋ ਧੀਰ ਕਨੇਰੇ। ਸਭਨਾਂ ਨੂੰ ਮਹਾਰਾਜ ਨੇ ਧੀਰਜ ਦਿੱਤਾ, ਭਾਈ ਅਸੀਂ ਛੇਤੀ ਵਾਪਸ ਮੁੜ ਆਉਣਾ। ਹਾਂਜੀ, ਕਰੀ ਮਾਤ ਤਿਆਰੀ ਤਿਸ ਬੇਰੇ। ਉਧਰੋਂ ਮਾਤਾ ਜੀ ਨੇ ਵੀ ਤਿਆਰੀ ਆਰੰਭ ਕਰ ਦਿੱਤੀ ਜੀ। ਮਾਤਾ ਗੰਗਾ ਜੀ ਨੇ ਤਿਆਰੀ ਆਰੰਭ ਕੀਤੀ ਜੀ। ਮਾਤਾ ਜੀ ਕਿੱਧਰ ਜਾ ਰਹੇ ਨੇ? ਡਰੌਲੀ ਜਾ ਰਹੇ ਨੇ। ਹਾਂਜੀ, ਨਾਰ ਨਗਰ ਕੀ ਸੁਨ ਕਰ ਆਈ। ਜਦੋਂ ਨਗਰ ਦੀਆਂ ਇਸਤਰੀਆਂ ਨੇ ਸੁਣਿਆ ਵੀ ਮਾਤਾ ਜੀ ਜਾ ਰਹੇ ਤੇ ਦੋਵੇਂ ਨੋਵਾਂ ਨਾਲ ਲੈ ਕੇ ਜਾ ਰਹੇ ਨੇ ਤੇ ਅੰਮ੍ਰਿਤਸਰ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਜੀ। ਅਰਪ ਅਕੋਰਨ ਬਿਨੈ ਅਲਾਈ। ਭੇਟਾ ਚੜਾ ਕੇ ਨਾ ਜੀ ਤੇ ਮਾਤਾਵਾਂ ਬੀਬੀਆਂ ਨੇ ਬੇਨਤੀ ਕੀਤੀ ਮਾਤਾ ਗੰਗਾ ਜੀ ਨੂੰ। ਤੂਰਨ ਨਿਜ ਪੁਰ ਕੀ ਸੁਧ ਲੀਜੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮਾਤਾ ਜੀ ਛੇਤੀ ਵਾਪਸ ਆਇਓ, ਛੇਤੀ ਵਾਪਸ ਆ ਜਿਓ। ਹਾਂਜੀ, ਆਨ ਹਮੈ ਦਰਸ਼ਨ ਕੋ ਦੀਜੈ। ਆ ਕੇ ਸਾਨੂੰ ਦਰਸ਼ਨ ਦਿਓ ਕਹਿਣ ਲੱਗੇ। ਛੇਤੀ ਵਾਪਸ ਆ ਜਿਓ, ਅਸੀਂ ਤੁਹਾਡੇ ਦਰਸ਼ਨ ਕਰਨੇ ਹੁੰਦੇ ਨੇ। ਹਾਂਜੀ, ਤੁਮਰੇ ਕਰ ਸਨਾਥ ਹਮ ਸਾਰੇ। ਤੁਹਾਡੇ ਕਰਕੇ ਤੁਸੀਂ ਤੇ ਸਾਡੇ ਮਾਲਕ ਹੈਗੇ ਹੋ ਕਹਿਣ ਲੱਗੇ। ਹਾਂਜੀ, ਏਕ ਆਸਰੋ ਗੁਰ ਕੋ ਧਾਰੇ। ਇੱਕ ਆਸਰਾ ਤੁਹਾਡਾ ਹੀ ਹੈਗਾ, ਗੁਰੂ ਘਰ ਦਾ ਹੀ ਸਾਨੂੰ ਸਾਰਿਆਂ ਨੂੰ ਆਸਰਾ। ਤੇ ਮਾਤਾ ਜੀ ਛੇਤੀ ਵਾਪਸ ਆ ਜਾਇਓ ਜੀ। ਮਾਤਾ ਜੀ ਪਹਿਲੀ ਵਾਰੀ ਦੂਰ ਜਾ ਰਹੇ ਸੀ ਕਿਤੇ ਜੀ। ਹਾਂਜੀ, ਤੁਮ ਬਿਨ ਰੱਖਿਅਕ ਕੌਣ ਹਮਾਰੇ। ਤੁਹਾਡੇ ਤੋਂ ਬਗੈਰ ਕਿਹੜਾ ਰੱਖਿਅਕ ਹੈ। ਅਸੀਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਵੀ ਜਾ ਰਹੇ ਆ ਤੇ ਤੁਸੀਂ ਵੀ ਜਾ ਰਹੇ ਹੋ। ਹਾਂਜੀ, ਤਾਂ ਤੇ ਵਹਿਰ ਨਾ ਬਹੁ ਦਿਨ ਟਾਰੇ। ਤੇ ਇਸ ਕਰਕੇ ਤੁਸੀਂ ਹੁਣ ਲੰਮਾ ਸਮਾਂ ਨਾ ਰਹੋ ਉੱਥੇ, ਜਾਓ ਥੋੜੇ ਸਮੇਂ ਲਈ ਜਾਓ। ਹਾਂਜੀ, ਸੁਨ ਮਾਤਾ ਨੇ ਧੀਰਜ ਦੀਨੋ। ਮਾਤਾ ਜੀ ਨੇ ਸੁਣ ਕੇ ਧੀਰਜ ਦਿੱਤਾ ਜੀ, ਹੌਸਲਾ ਦਿੱਤਾ ਜੀ ਉਹਨਾਂ ਨੂੰ। ਹਾਂਜੀ, ਪੁਰ ਕੇ ਰੱਖਿਅਕ ਨਿਤ ਗੁਰ ਚੀਨੋ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਉਹ ਅੰਮ੍ਰਿਤਸਰ ਦੇ ਵਾਸੀ ਨੇ ਜੀ ਸਾਰੇ। ਮਾਤਾ ਜੀ ਵੀ ਅੰਮ੍ਰਿਤਸਰ ਦੇ ਵਾਸੀ ਨੇ।
ਤੇ ਮਾਤਾ ਜੀ ਨੇ ਕਿਹਾ ਵੀ ਤੁਸੀਂ ਆਪਣੀ ਚਿੰਤਾ ਨਾ ਕਰਿਓ, ਨਗਰ ਦੇ ਲੋਕ ਚਿੰਤਾ ਨਾ ਕਰਨ, ਇਸ ਨਗਰ ਦੇ ਮਾਲਕ ਸਾਡੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਹਿਣ ਲੱਗੇ। ਹਾਂਜੀ, ਕਰਹੁ ਆਰਾਧਨ ਸ਼੍ਰੀ ਹਰਿਮੰਦਰ। ਹਰਿਮੰਦਰ ਸਾਹਿਬ ਹਾਜ਼ਰੀ ਭਰਨੀ ਕਹਿਣ ਲੱਗੇ। ਹਰਿਮੰਦਰ ਸਾਹਿਬ ਹਾਜ਼ਰੀ ਭਰਨੀ, ਉੱਥੇ ਬੈਠ ਕੇ ਪਰਮੇਸ਼ਰ ਦਾ ਧਿਆਨ ਧਾਰਨਾ। ਜਾਗਤ ਜੋਤ ਗੁਰੂ ਕੀ ਅੰਦਰ। ਹਰਿਮੰਦਰ ਸਾਹਿਬ ਦੇ ਅੰਦਰ ਜਗ ਦੀ ਜੋਤ ਪਰਮੇਸ਼ਰ ਦੀ ਸਦਾ ਹੀ ਮੌਜੂਦ ਹੈ। ਮਾਤਾ ਜੀ ਕਹਿਣ ਲੱਗੇ ਸਾਧ ਸੰਗਤ ਜੀ, ਉਂਝ ਤੇ ਪਤਾ ਨਹੀਂ ਕਿਤੇ ਰੱਬ ਹੈਗਾ ਜਾਂ ਨਹੀਂ ਹੈਗਾ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੈਗਾ ਹੀ ਹੈਗਾ ਜੀ। ਸਾਨੂੰ ਪਛਾਣ ਨਹੀਂ ਹੈਗੀ। ਗੁਰੂ ਰਾਮਦਾਸ ਜੀ ਵੀ ਉੱਥੇ ਹੀ ਨੇ ਜੀ। ਕੱਲ ਵੀ ਗੱਲ ਕੀਤੀ ਸੀ, ਅੱਜ ਫਿਰ ਬੇਨਤੀ ਕਰ ਦੇਣਾ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਕੋਲ ਨਾ ਜੀ 2 ਪ੍ਰੇਮੀ ਗਏ, ਉਹ ਅੰਮ੍ਰਿਤਸਰ ਦੇ ਸੀਗੇ ਜੀ, ਤੇ ਕਈ ਸਾਲ ਉਹਨਾਂ ਨੇ ਹਰਿਮੰਦਰ ਸਾਹਿਬ ਸੇਵਾ ਕੀਤੀ ਜੀ। ਤੇ ਜਾ ਕੇ ਰੱਬ ਦੇ ਪਿਆਰਿਆਂ ਨੂੰ ਕਹਿਣ ਲੱਗੇ ਜੀ ਇੰਨੇ ਸਾਲ ਸੇਵਾ ਕੀਤੀ ਹੈ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਨੂੰ ਜੀ ਕਰਦਾ ਹੈ। ਤੇ ਮਹਾਂਪੁਰਖ ਕਹਿਣ ਲੱਗੇ ਵੀ ਗੁਰੂ ਰਾਮਦਾਸ ਜੀ ਤੇ ਉੱਥੇ ਹੀ ਨੇ ਸਦਾ। ਕਹਿੰਦੇ ਜੀ ਸਾਨੂੰ ਦਰਸ਼ਨ ਕਰਾਓ। ਕਹਿੰਦੇ ਤੁਹਾਡੀ ਇੰਨੀ ਕਮਾਈ ਨਹੀਂ ਹੈਗੀ ਵੀ ਤੁਸੀਂ ਦਰਸ਼ਨ ਕਰੋ, ਬਾਕੀ ਜੇ ਤੁਹਾਨੂੰ ਦਰਸ਼ਨ ਹੋ ਗਏ ਤਾਂ ਤੁਹਾਡੀ ਐਡੀ ਕਮਾਈ ਨਹੀਂ ਹੈਗੀ, ਤੁਸੀਂ ਪਛਾਣ ਲਓ ਉਹਨਾਂ ਨੂੰ। ਕਹਿੰਦੇ ਜਾਓ। ਉਹ ਗਏ ਜੀ। ਅਕਾਲ ਤਖਤ ਸਾਹਿਬ ਤੋਂ ਦਰਸ਼ਨੀ ਦਿਉੜੀ ਦੇ ਵਿਚਲੀ ਜਿਹੜੀ ਜਗ੍ਹਾ ਨਾ ਜੀ, ਉਹ ਇੱਥੋਂ ਇੱਥੇ ਹੀ ਰਹਿੰਦੇ ਸੀਗੇ। ਇੱਥੋਂ ਲੰਘੇ ਜੀ ਉਹ, ਤੇ ਇੱਕ ਬਹੁਤ ਸੋਹਣਾ ਸਰੂਪ ਤੇਜ ਪ੍ਰਤਾਪ ਵਾਲਾ ਨੌਜਵਾਨ ਝਾੜੂ ਫੇਰ ਰਿਹਾ ਹੈ ਜੀ। ਉਹਨਾਂ ਧਿਆਨ ਵੀ ਦਿੱਤਾ ਜੀ, ਉਹਨਾਂ ਧਿਆਨ ਦਿੱਤਾ ਵੀ ਇਹ ਨੌਜਵਾਨ ਅੱਗੇ ਨਹੀਂ ਵੇਖਿਆ ਤੇ ਤੇਜ ਪ੍ਰਤਾਪ ਵੀ ਹੈ। ਤੇ ਵਾਪਸ ਮੁੜ ਘੁੜ ਕੇ ਫਿਰ ਚਲੇ ਗਏ। ਕਹਿੰਦੇ ਜੀ ਦਰਸ਼ਨ ਤੇ ਹੋਏ ਹੀ ਨਹੀਂ। ਕਹਿੰਦੇ ਉਹ ਦਰਸ਼ਨੀ ਦਿਉੜੀ ਤੋਂ ਅਕਾਲ ਤਖਤ ਦੇ ਰਾਹ ਦੇ ਵਿੱਚ ਉਹ ਜਿਹੜਾ ਨੌਜਵਾਨ ਸੀਗਾ, ਤੁਸੀਂ ਵੇਖਿਆ ਵੀ ਸੀ, ਤੁਸੀਂ ਫੁਰਨਾ ਵੀ ਬਣਾਇਆ ਵੀ ਇਹ ਨੌਜਵਾਨ ਅੱਗੇ ਨਹੀਂ ਵੇਖਿਆ, ਉਹ ਗੁਰੂ ਰਾਮਦਾਸ ਜੀ ਆਪ ਹੀ ਹੈਗੇ ਸੀਗੇ। ਤੇ ਬਾਕੀ ਜਦੋਂ ਉਹਨਾਂ ਸੁਣਿਆ ਉਹ ਰੋਣ ਲੱਗ ਪਏ। ਕਹਿੰਦੇ ਸਾਨੂੰ ਸੋਝ ਹੀ ਨਹੀਂ ਹੋਈ, ਅਸੀਂ ਚਰਨ ਕਿਉਂ ਨਹੀਂ ਫੜੇ ਮਹਾਰਾਜ ਦੇ, ਅਸੀਂ ਚਰਨਾਂ ਤੇ ਕਿਉਂ ਨਹੀਂ ਡਿੱਗੇ, ਆਪਣੇ ਆਪ ਨੂੰ ਬਖਸ਼ਾਇਆ ਕਿਉਂ ਨਹੀਂ। ਸੰਗਤ ਜੀ ਉੱਥੇ ਪ੍ਰਤਾਖੀ ਗੁਰੂ ਰਾਮਦਾਸ ਜੀ ਹਨ, ਪ੍ਰਤਾਖੀ ਜੀ। ਮਾਤਾ ਜੀ ਕਹਿਣ ਲੱਗੇ ਹਰਿਮੰਦਰ ਸਾਹਿਬ ਦੇ ਅੰਦਰ ਪਰਮੇਸ਼ਰ ਦੀ ਜੋਤ ਪੱਕੀ ਜਗਦੀ ਹੈ, ਪਰਮੇਸ਼ਰ ਦਾ ਵਾਸਾ ਹੈ, ਤੁਸੀਂ ਚਿੰਤਾ ਨਹੀਂ ਕਰਨੀ। ਹਾਂਜੀ, ਸੁਨ ਬੰਦਨ ਕਰ ਦਰਸ਼ਨ ਦੇਖ। ਉੱਥੇ ਜਾਇਆ ਕਰੋ, ਨਮਸਕਾਰ ਕਰਿਆ ਕਰੋ। ਹਾਂਜੀ, ਗਮਨੀ ਪੁਰ ਕੀ ਤ੍ਰਿਆ ਵਿਸ਼ੇਖ। ਸੁਣ ਕੇ ਇਸਤਰੀਆਂ ਬੀਬੀਆਂ ਮਾਤਾ ਜੀ ਨੂੰ ਮੱਥਾ ਟੇਕ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਈਆਂ ਜੀ। ਹੁਣ ਵੇਖ ਲਓ ਕਿੱਡੀ ਵੱਡੀ ਸਿੱਖਿਆ ਮਾਤਾ ਜੀ ਦੇ ਬਚਨਾਂ ਚੋਂ ਮਿਲੀ ਜੀ। ਇਹ ਮਾਤਾ ਜੀ ਗੁਰੂ ਰਾਮਦਾਸ ਜੀ ਦੀ ਨੂੰਹ ਹੈ, ਗੁਰੂ ਅਰਜਨ ਸਾਹਿਬ ਦੇ ਮਹਿਲ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਨੇ, ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਵੀ ਨੇ ਜੀ, 10ਵੇਂ ਪਾਤਸ਼ਾਹ ਜੀ ਦੇ ਪੜਦਾਦੀ ਜੀ ਵੀ ਨੇ ਜੀ ਇਹ ਜੀ, ਤੇ ਸਾਹਿਬਜ਼ਾਦਿਆਂ ਜੀ ਦੇ ਨਕੜ ਦਾਦੀ ਹਨ ਜੀ। ਹਾਂਜੀ, ਸ੍ਰੀ ਅੰਮ੍ਰਿਤਸਰ ਗੰਗ ਇਸ਼ਨਾਨੀ। ਮਾਤਾ ਜੀ ਫਿਰ ਮਾਤਾ ਗੰਗਾ ਜੀ ਨੇ ਦਰਬਾਰ ਸਾਹਿਬ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜੀ। ਹਾਂਜੀ, ਪੌਰ ਦਰਸ਼ਨੀ ਬੰਦਨ ਠਾਨੀ। ਫਿਰ ਮਾਤਾ ਜੀ ਦਰਸ਼ਨੀ ਦਿਉੜੀ ਤੇ ਅੱਗੇ ਜਾ ਕੇ ਮੱਥਾ ਟੇਕਿਆ ਜੀ। ਥਿਰੀ ਜਾਏ ਦਰਬਾਰ ਅਗਾਰੀ। ਤੇ ਫਿਰ ਅੰਦਰ ਗਏ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕੇ ਮਾਤਾ ਜੀ ਨੇ ਮੱਥਾ ਟੇਕਿਆ। ਦਾਨ ਸਨੂਖਾ ਕੇਰ ਮਝਾਰੀ। ਦੋਵਾਂ ਨੌਵਾਂ ਨੂੰ ਵੀ ਨਾਲ ਲਿਆ, ਇਸ਼ਨਾਨ ਕਰਾਇਆ, ਮੱਥਾ ਟਿਕਾਇਆ ਅੰਦਰ ਜੀ। ਬਿਨਤੀ ਭਨੀ ਜੋਤ ਗੁਰ ਜ਼ਾਹਰ। ਤੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੱਗੇ ਬੇਨਤੀ ਕੀਤੀ ਜੀ। ਹਾਂਜੀ, ਕੁਸ਼ਲ ਕਰੋ ਸਭ ਘਰ ਅਰ ਬਾਹਰ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਲੰਮਾ ਸਮਾਂ ਲੱਗਦਾ ਸੀਗਾ ਜੀ ਉਦੋਂ, ਤੇ ਮਾਤਾ ਜੀ ਨੇ ਫਿਰ ਅਰਦਾਸ ਕੀਤੀ ਵੀ ਲੰਮੇ ਸਮੇਂ ਲਈ ਬਾਹਰ ਜਾਣਾ ਤੇ ਘਰ ਬਾਹਰ ਦੇ ਵਿੱਚ ਮਹਾਰਾਜ ਸੁੱਖ ਵਰਤਾਇਓ।
ਹਾਂਜੀ। ਹਾਥ ਜੋਰ ਅਰਦਾਸ ਕਰਾਏ। ਮਾਤਾ ਜੀ ਨੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਵਾਈ ਦੀ ਅੰਦਰੋਂ। ਹਾਂਜੀ। ਦਈ ਪ੍ਰਦਰਸ਼ਨ ਸੀਸ ਨਿਵਾਏ। ਪ੍ਰਦਖਣਾ ਕੀਤੀ, ਪਰਿਕਰਮਾ ਕੀਤੀ ਤੇ ਫਿਰ ਮੱਥਾ ਰੱਖ ਕੇ ਮੱਥਾ ਟੇਕਿਆ ਹਰਿਮੰਦਰ ਸਾਹਿਬ ਦੇ ਅੱਗੇ ਜੀ। ਹਾਂਜੀ। ਨਿਕਲ ਵਹਿਰ ਫਿਰ ਤਾਲ ਚੁਫੇਰੇ। ਫਿਰ ਪੁਲ ਤੋਂ ਬਾਹਰ ਆਏ ਜੀ। ਫਿਰ ਸਰੋਵਰ ਦੀ ਪਰਿਕਰਮਾ ਕੀਤੀ। ਦੋ ਪਰਿਕਰਮਾ ਨੇ ਨਾ, ਇੱਕ ਅੰਦਰ ਦੀਆਂ ਨੇ, ਇੱਕ ਸਰੋਵਰ ਦੀਆਂ ਨੇ ਜੀ। ਹਾਂਜੀ। ਪੁੰਨ ਪੁੰਨ ਬੰਦਤ ਮੰਦਰ ਹੇਰੇ। ਮਾਤਾ ਜੀ ਦੀ ਕਿੰਨੀ ਸ਼ਰਧਾ ਹੈ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਇੰਜ ਨਹੀਂ, ਗੱਜ ਕੇ ਕਹੋ ਸਾਰੇ ਵਾਹਿਗੁਰੂ। ਮਾਤਾ ਜੀ ਪਤਾ ਕੀ ਕਰਦੇ ਜੀ, ਸਰੋਵਰ ਦੀ ਪਰਿਕਰਮਾ ਕਰਦੇ ਤੇ ਹਰਿਮੰਦਰ ਸਾਹਿਬ ਨੂੰ ਵੇਖ ਕੇ ਬਾਰ-ਬਾਰ ਮੱਥਾ ਟੇਕਦੇ ਜੀ। ਬਾਰ-ਬਾਰ ਮੱਥਾ ਟੇਕਦੇ ਤੇ ਰਹੇ ਰੱਬ ਦਾ ਨਾਮ। ਜਦੋਂ ਬੀਬੀਆਂ ਵੀ ਤੁਰਦੀਆਂ ਤੇ ਭਾਈ ਵੀ ਤੁਰਦੇ ਸਰੋਵਰ ਦੀ ਪਰਿਕਰਮਾ ਦੇ ਵਿੱਚ, ਤੇ ਰੱਬ ਹੀ ਭੁੱਲਿਆ ਹੁੰਦਾ ਜੀ ਇਹਨਾਂ ਨੂੰ ਜੀ। ਤੁਰਨ ਦੀ ਅਕਲ ਨਹੀਂ ਆਉਂਦੀ ਜੀ। ਹੈੱਡਫੋਨ ਕੰਨਾਂ ਨੂੰ ਲਾਏ ਗੱਲਾਂ ਕਰਦਾ ਹੋਇਆ ਜਾਂਦੇ ਆ ਜੀ ਇੱਕ ਭਾਈ ਜੀ। ਉਹ ਤਾਂ ਰੱਬ ਦਾ ਘਰ ਹੈ। ਉੱਥੇ ਤਾਂ ਤੁਰਨ ਦੀ ਵੀ ਅਕਲ ਹੋਣੀ ਚਾਹੀਦੀ, ਜਾਚ ਹੋਣੀ ਚਾਹੀਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਤੁਰਨਾ ਕਿਵੇਂ ਹੈ ਜੀ। ਕਾਲ ਨਾਲ ਨਹੀਂ ਤੁਰਨਾ ਚਾਹੀਦਾ। ਮੈਂ ਇੱਕ ਗੁਰਮੁਖਾਂ ਨੂੰ ਵੇਖਿਆ, ਉਹ ਅੱਧਾ ਘੰਟਾ ਲਾ ਦਿੰਦੇ ਸੀ ਪਰਿਕਰਮਾ ਨੂੰ ਜੀ। ਮੈਂ ਕਿਹਾ ਜੀ ਇਹ ਕੀ ਗੱਲ? ਕਹਿੰਦੇ ਇੱਕ ਪੈਰ ਚੁੱਕਣਾ ਬੋਲਣਾ ਵਾਹ, ਦੂਜਾ ਚੁੱਕਣਾ ਬੋਲਣਾ ਗੁਰੂ, ਵਾਹਿਗੁਰੂ। ਏਦਾਂ ਕਰਦੇ ਕਰਦੇ ਪਰਿਕਰਮਾ ਕਰਨੀ। ਅੱਧੇ ਘੰਟੇ ਤੋਂ ਵੀ ਵੱਧ ਸਮਾਂ ਲੱਗੇਗਾ। ਇੱਕ ਗੋਰਾ ਆਇਆ ਜੀ, ਗੋਰਾ, ਹਾਂਜੀ, 1.5 ਘੰਟੇ 'ਚ ਉਹਨੇ ਪਰਿਕਰਮਾ ਕੀਤੀ ਜੀ। ਪਤਾ ਨਹੀਂ ਉਹਨੂੰ ਕੀ ਸੁੱਖ ਮਿਲਿਆ ਜੀ। ਮਾਤਾ ਜੀ ਪਰਿਕਰਮਾ ਕਰ ਰਹੇ, ਬਾਰ-ਬਾਰ ਹਰਿਮੰਦਰ ਸਾਹਿਬ ਨੂੰ ਵੇਖ ਕੇ ਮੱਥਾ ਟੇਕਦੇ ਜੀ। ਹਾਂਜੀ। ਰੱਥ ਅਰੂੜ ਗੰਗਾ ਤੇ ਸਵੇਰੇ। ਫਿਰ ਮਾਤਾ ਜੀ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਰੱਥ ਦੇ ਉੱਤੇ ਬੈਠ ਗਏ ਜੀ। ਸੂਤ ਤੁਰੰਗਮ ਮਾਰਗ ਪ੍ਰੇਰੇ। ਤੇ ਰਥਵਾਈ ਜਿਹੜਾ ਸੀਗਾ ਉਹਨੇ ਫਿਰ ਘੋੜਿਆਂ ਨੂੰ ਸ਼ੁਰੂ ਕੀਤਾ ਜੀ। ਹਾਂਜੀ। ਦਾਨ ਸਨੂਖਾ ਚੜ ਕਰ ਡੋਰੇ। ਦੋਵੇਂ ਹੀ ਨੋਵਾਂ, ਧੰਨ ਮਾਤਾ ਜੀ ਜਗਤ ਮਾਤਾ, ਮਾਤਾ ਦਮੋਦਰੀ ਜੀ, ਧੰਨ ਮਾਤਾ ਜੀ ਜਗਤ ਮਾਤਾ, ਮਾਤਾ ਨਾਨਕੀ ਜੀ। ਉਹ ਵੀ ਆਪਣੀ ਆਪਣੀਆਂ ਡੋਲੀਆਂ 'ਚ ਬੈਠ ਗਏ। ਗਮਨ ਕੀਨ ਦੱਖਣ ਦਿਸ਼ ਓਰੇ। ਤੇ ਸਾਧ ਸੰਗਤ ਜੀ ਅੰਮ੍ਰਿਤਸਰ ਤੋਂ ਦੱਖਣ ਵਾਲੇ ਪਾਸੇ, ਡਰੌਲੀ ਵਾਲੇ ਪਾਸੇ ਜੀ, ਭਾਈ ਸਾਈਂ ਦਾਸ ਜੀ ਦੇ ਪਿਆਰ ਕਰਕੇ ਡਰੌਲੀ ਦਾ ਨਾਮ ਭਾਈ ਕੀ ਡਰੌਲੀ ਪਿਆ ਸੀਗਾ ਜੀ। ਪਹਿਲਾਂ ਡਰੌਲੀ ਸੀ ਸਾਧ ਸੰਗਤ ਜੀ। ਹਾਂਜੀ। ਦਾਸੀ ਬਹਿਲਨ ਮੈਂ ਚੜ ਚਾਲੀ। ਹੋਰ ਦਾਸੀਆਂ ਵੀ ਨਾਲ ਗਈਆਂ ਜੀ ਗੱਡਿਆਂ 'ਚ ਚੜ ਕੇ। ਹਾਂਜੀ। ਭਾਰ ਉਸ਼ਟ ਪਰ ਗਮਨੇ ਨਾਲੀ। ਤੇ ਬਹੁਤ ਸਾਰੇ ਬਸਤਰ ਵਸਤੂਆਂ ਦਾ ਭਾਰ ਜਿਹੜਾ ਉਹ ਊਂਠਾਂ ਤੇ ਰੱਖਿਆ ਗਿਆ ਜੀ। ਹਾਂਜੀ। ਸੁਭਾਟ ਤੁਰੰਗ ਅਰੂਢਤ ਹੋਏ। ਨਾਲ ਫੌਜਾਂ ਵੀ ਭੇਜੀਆਂ ਮਹਾਰਾਜ ਨੇ। ਕੁਛ ਸਿਪਾਹੀ ਜਿਹੜੇ ਆ ਉਹ ਘੋੜਿਆਂ ਤੇ ਨਾਲ ਹੋ ਗਏ ਜੀ। ਹਿਤ ਸਾਵਧਾਨੀ ਸ਼ਸਤਰੀ ਜੋਏ। ਤੇ ਬੜੀ ਸਾਵਧਾਨੀ ਦੇ ਨਾਲ ਸ਼ਸਤਰਾਂ ਨੂੰ ਫੜ ਕੇ ਸਾਰੇ ਤੁਰੇ ਜਾਂਦੇ ਹਨ। ਹਾਂਜੀ। ਸਿੱਖ ਸੇਵਕ ਗਨ ਚਾਲੇ ਸੰਗ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਸਿੱਖ ਸੇਵਕ ਸਭ ਨਾਲ ਨਾਲ ਤੁਰ ਪਏ ਜੀ। ਕਈ ਜਣੇ ਨਾਲ ਗਏ ਜੀ। ਉੱਥੇ ਮਾਤਾ ਜੀ ਹੁਣਾਂ ਨੂੰ ਹੁਣ ਇਕੱਲਿਆਂ ਨੂੰ ਤੇ ਭੇਜਣਾ ਨਹੀਂ ਹੈਗਾ ਜੀ। ਹਾਂਜੀ। ਹਿਤ ਸੇਵਾ ਕੇ ਹਰਖਤ ਅੰਗ। ਉਹ ਵੀ ਬੜੇ ਖੁਸ਼ ਨੇ ਵੀ ਸਾਨੂੰ ਮਾਤਾ ਜੀ ਦੀ ਸੇਵਾ ਦਾ ਸਮਾਂ ਮਿਲੇਗਾ। ਹਾਂਜੀ। ਸਨੇ ਸਨੇ ਮਗ ਉਲੰਘੇ ਸਾਰਾ। ਕਰਦਿਆਂ ਕਰਦਿਆਂ ਸਹਿਜੇ ਸਹਿਜੇ ਰਸਤਾ ਲੰਘਦੇ ਜਾ ਰਹੇ ਨੇ। ਹਾਂਜੀ। ਤੀਰਥ ਤਾਰਨ ਤਰਨ ਨਿਹਾਰਾ। ਵਾਹਿਗੁਰੂ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਫਿਰ ਨਾ ਜੀ, ਕਿਉਂ ਜਾਣਾ ਤੇ ਮਾਲਵੇ 'ਚ ਹੀ ਸੀ ਨਾ ਜੀ, ਤੇ ਅੰਮ੍ਰਿਤਸਰ ਤੋਂ ਅੱਗੇ ਤਰਨ ਤਾਰਨ ਜੀ। ਮਾਤਾ ਜੀ ਹੋਣਾ ਵੇਖਿਆ ਵੀ ਤਰਨ ਤਾਰਨ ਆ ਗਏ ਆ, ਮਹਾਨ ਤੀਰਥ ਉੱਤੇ ਆ ਗਏ ਆ। ਹਾਂਜੀ। ਪ੍ਰਥਮ ਬਾਸ ਕਰ ਨਿਜ ਬਿਸਰਾਮੇ। ਪ੍ਰਥਮ ਬਾਸ ਕਰ ਨਿਸ ਬਿਸਰਾਮੇ। ਉੱਥੇ ਫਿਰ ਰਾਤ ਰਹੇ ਮਾਤਾ ਜੀ ਤਰਨ ਤਾਰਨ ਨਾਲ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ। ਮੇਰੇ ਖਿਆਲ ਨਾਲ ਇੱਧਰੋਂ ਜਦੋਂ ਅੰਮ੍ਰਿਤਸਰ ਤੋਂ ਮਾਲਵੇ ਬਠਿੰਡੇ ਵੱਲ ਨੂੰ ਲੋਕ ਜਾਂਦੇ ਆ ਤੇ ਤਰਨ ਤਾਰਨ ਦਰਬਾਰ ਸਾਹਿਬ ਕੋਈ ਵਿਰਲਾ ਹੀ ਮੱਥਾ ਟੇਕਦਾ ਸਾਧ ਸੰਗਤ ਜੀ। ਬੜਾ ਵੱਡਾ ਦਰਬਾਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ।
ਬੜਾ ਵੱਡਾ ਸਰੋਵਰ, ਬੜਾ ਵੱਡਾ ਤੀਰਥ ਹੈ ਜੀ ਉਹ, ਪਰ ਕੋਈ ਵਿਰਲਾ ਹੀ ਹੈ ਸਾਧ ਸੰਗਤ ਜੀ। ਹਾਂਜੀ। ਉਠੇ ਪ੍ਰਾਤ ਸਿਮਰਤ ਗੁਰਨਾਮੇ। ਫਿਰ ਮਾਤਾ ਜੀ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ। ਕੀਨ ਇਸ਼ਨਾਨ ਪ੍ਰਦਰਸ਼ਨ ਦੈ ਕੈ। ਫਿਰ ਇਸ਼ਨਾਨ ਕੀਤਾ ਤੇ ਸਰੋਵਰ ਦੀਆਂ ਪਰਿਕਰਮਾ ਕੀਤੀਆਂ। ਕਿੰਨਾ ਵੱਡਾ ਸਰੋਵਰ ਜੀ ਉਹ ਜੀ। ਹਾਂਜੀ। ਹਾਥ ਜੋੜ ਅਬ ਬੰਦਨ ਕਹਿ ਕੈ। ਹੱਥ ਜੋੜ ਕੇ ਨਮਸਕਾਰ ਕੀਤੀ ਜੀ ਮਾਤਾ ਜੀ ਨੇ। ਵੇਖ ਲਓ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਨੇ ਕਿੰਨੀ ਸਮੱਤ ਹੈਗੀ ਹੈ ਜੀ। ਵਿਰਲੀਆਂ ਬੀਬੀਆਂ ਹੁੰਦੀਆਂ ਚ ਜਿਨ੍ਹਾਂ ਵਿੱਚ ਇੰਨੀ ਸਮੱਤ ਹੁੰਦੀ ਹੈ ਜੀ। ਗੁਰੂ ਘਰ ਜਾਣਾ ਕਿਵੇਂ, ਆਉਣਾ ਕਿਵੇਂ, ਵਿਰਲੀਆਂ ਬੀਬੀਆਂ ਨੂੰ ਹੀ ਪਤਾ ਹੁੰਦਾ ਜੇ। ਹਾਂਜੀ। ਗਮਨੇ ਮਾਰਗ ਗਏ ਅਗਾਰੀ। ਹੌਲੀ ਹੌਲੀ ਸਹਿਜੇ ਸਹਿਜੇ ਫਿਰ ਉੱਥੋਂ ਵੀ ਤੁਰ ਪਏ ਜੀ, ਅਗਲੇ ਰਸਤੇ ਪੈ ਗਏ ਜੀ। ਸਨੈ ਸਨੈ ਚੱਲ ਇਸੀ ਪ੍ਰਕਾਰੀ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਤਾ ਜੀ ਹੋਣੀ ਤੁਰ ਪਏ ਆ। ਮਾਤਾ ਜੀ ਰੱਥ ਤੇ ਨੇ ਜੀ। ਬਹੁਤ ਵੱਡਾ ਅਮੀਰ ਘਰਾਣਾ ਕੋਈ ਹੁੰਦਾ ਸੀ ਨਾ ਜੀ, ਉੱਥੋਂ ਦੀਆਂ ਬੀਬੀਆਂ ਰੱਥਾਂ ਤੇ ਬਹਿੰਦੀਆਂ ਸੀਗੀਆਂ ਜੀ। ਮਾਤਾ ਜੀ ਰੱਥ ਤੇ ਨੇ, ਮਾਤਾ ਨਾਨਕੀ ਜੀ ਡੋਲੀ ਵਿੱਚ ਨੇ, ਤੇ ਮਾਤਾ ਜੀ ਮਾਤਾ ਦਮੋਦਰੀ ਜੀ ਵੀ ਡੋਲੀ 'ਚ ਨੇ, ਪਾਲਕੀ ਕਹਿ ਲਓ ਜੀ। ਤੇ ਬਾਕੀ ਬੀਬੀਆਂ ਇਸਤਰੀਆਂ ਗੱਡਿਆਂ ਤੇ ਨੇ, ਫੌਜਾਂ ਨੇ ਨਾਲ ਥੋੜੀਆਂ, ਊਂਠਾਂ ਤੇ ਭਾਰ ਲੱਦਿਆ ਜੀ। ਕਿੱਡਾ ਹੀ ਕਾਫਲਾ ਬਣ ਗਿਆ ਜੀ। ਸੋ ਸਹਿਜੇ ਸਹਿਜੇ ਅੱਗੇ ਤੁਰ ਪਏ ਜੀ। ਹਾਂਜੀ। ਕਿਤਕ ਦਿਵਸ ਮੈਂ ਪਹੁੰਚੇ ਜਾਈ। ਕੁਝ ਕੁ ਦਿਨ ਲੱਗੇ ਜੀ, ਫਿਰ ਉੱਥੇ ਪਹੁੰਚਦੇ ਆਂ ਜੀ। ਹਾਂਜੀ। ਪਠਿਓ ਸੌਰ ਏਕ ਅਗਵਾਈ। ਮਾਤਾ ਜੀ ਬੜੇ ਸਿਆਣੇ ਜੀ। ਆਖੋ ਧੰਨ ਮਾਤਾ ਗੰਗਾ ਜੀ। ਧੰਨ ਮਾਤਾ ਗੰਗਾ ਜੀ। ਫੇਰ ਆਖੋ ਸਾਰੇ ਧੰਨ ਮਾਤਾ ਗੰਗਾ ਜੀ। ਮਾਤਾ ਗੰਗਾ ਜੀ ਗੰਗਾ ਵਰਗੇ ਹੀ ਪਵਿੱਤਰ ਨੇ ਜੀ। ਮਾਤਾ ਗੰਗਾ ਜੀ ਬੜੇ ਹੀ ਮਹਾਨ ਨੇ। ਮਾਤਾ ਗੰਗਾ ਜੀ ਨੇ ਪਹਿਲਾਂ ਹੀ ਇੱਕ ਅਸਵਾਰ ਭੇਜਿਆ ਵੀ ਜਾ ਕੇ ਸਾਈਂ ਦਾਸ ਜੀ ਨੂੰ ਦੱਸ ਦਿਓ ਵੀ ਅਸੀਂ ਆ ਗਏ ਹਾਂ। ਹਾਂਜੀ। ਮਿਲਿਓ ਜਾਏ ਕਰ ਸਾਈਂ ਦਾਸ। ਉਹ ਅਸਵਾਰ ਜਿਹੜਾ ਨਾ ਜੀ ਫਿਰ ਉਹ ਜਾ ਕੇ ਬਾਬਾ ਸਾਈਂ ਦਾਸ ਜੀ ਨੂੰ ਮਿਲਿਆ ਜੀ। ਕੀਨੋ ਸਕਲ ਪ੍ਰਸੰਗ ਪ੍ਰਕਾਸ਼। ਤੇ ਜਾ ਕੇ ਉਹਨੇ ਬਾਬਾ ਸਾਈਂ ਦਾਸ ਜੀ ਨੂੰ ਸਾਰੀ ਗੱਲ ਦੱਸੀ ਵੀ ਮਾਤਾ ਜੀ ਆ ਰਹੇ ਆ, ਗੁਰੂ ਜੀ ਨਾਨਕ ਮੱਤੇ ਗਏ ਨੇ। ਹਾਂਜੀ। ਜਨ ਤਰਵਰ ਕੋ ਮਿਲਾਵਤ ਜਾਤੋ। ਮਿਲਿਓ ਨੀਰ ਭਾ ਹਰਖਿਓ ਘਨ ਸਪਾਤੋ। ਹੁਣ ਭਾਈ ਸੰਤੋਖ ਸਿੰਘ ਪ੍ਰਮਾਣ ਲਿਖਦੇ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਦੋਂ ਸਾਈਂ ਦਾਸ ਜੀ ਨੇ ਸੁਣਿਆ ਨਾ ਵੀ ਮਾਤਾ ਜੀ ਆਏ ਆ, ਤੇ ਜਿਵੇਂ ਇੱਕ ਬੂਟਾ ਸੁੱਕਦਾ ਜਾ ਰਿਹਾ ਹੁੰਦਾ ਤੇ ਧੁੱਪ ਕਰਕੇ ਗਰਮੀ ਕਰਕੇ ਸੁੱਕ ਰਿਹਾ ਹੁੰਦਾ, ਤੇ ਇੱਕਦਮ ਜਦੋਂ ਵਿੱਚ ਪਾਣੀ ਪੈ ਜੇ ਤਾਂ ਹਰਿਆ ਹੋਣ ਲੱਗ ਪੈਂਦਾ ਜੀ। ਬਸ ਇਸੇ ਤਰ੍ਹਾਂ ਬਾਬਾ ਜੀ ਵੀ ਐ ਹਰੇ ਭਰੇ ਹੀ ਹੋ ਗਏ ਜੀ, ਬਾਬਾ ਸਾਈਂ ਦਾਸ ਜੀ। ਹਾਂਜੀ। ਜਨ ਗ੍ਰੀਖਮ ਮੈਂ ਸਰ ਜਲ ਥੋਰਾ। ਕਹਿੰਦੇ ਜਿਵੇਂ ਬਹੁਤ ਜ਼ਿਆਦਾ ਗਰਮੀ ਹੋਵੇ ਤੇ ਸਰੋਵਰ 'ਚ ਥੋੜਾ ਜਿਹਾ ਪਾਣੀ ਹੋਵੇ। ਹਾਂਜੀ। ਤਰਫਤ ਝੱਖ ਬਰ ਘਨ ਗਰ ਘੋਰਾ। ਤੇ ਮਛਲੀਆਂ ਤੜਫਦੀਆਂ, ਕਿਉਂ ਪਾਣੀ ਜ਼ਿਆਦਾ ਚਾਹੀਦਾ। ਪਰ ਮੀਂਹ ਪੈ ਜਾਵੇ, ਸਰੋਵਰ ਭਰ ਜਾਵੇ ਤੇ ਮਛਲੀਆਂ ਖੁਸ਼ ਹੋ ਜਾਂਦੀਆਂ ਜੀ। ਇਸ ਤਰੀਕੇ ਨਾਲ ਬਾਬਾ ਸਾਈਂ ਦਾਸ ਜੀ ਖੁਸ਼ੀ ਹੋ ਗਏ, ਉਹਨਾਂ ਲਈ ਤੇ ਖੁਸ਼ੀਆਂ ਦਾ ਮੀਂਹ ਪੈ ਗਿਆ ਜੀ। ਹਾਂਜੀ। ਔਚਕ ਸੁਨ ਆਨੰਦ ਬਿਲੰਦਾ। ਇੱਕਦਮ ਹੀ ਖਬਰ ਮਿਲੀ ਵੀ ਮਾਤਾ ਜੀ ਪਹੁੰਚ ਗਏ ਆ। ਮਾਤਾ ਦਮੋਦਰੀ ਜੀ ਵੀ ਆਏ ਹਨ ਨਾਲ। ਮੇਘ ਗਰਜ ਤੇ ਮੋਰ ਮਨਿੰਦਾ। ਕਹਿੰਦੇ ਫਿਰ ਜਿਵੇਂ ਬੱਦਲ ਗੱਜਦਾ ਤੇ ਮੋਰ ਪਾਉਂਦਾ ਪਹਿਲਾਂ, ਮੋਰ ਨੱਚਦਾ, ਮੋਰ ਖੁਸ਼ ਹੁੰਦਾ, ਇਸੇ ਤਰ੍ਹਾਂ ਬਾਬਾ ਜੀ ਬਾਬਾ ਸਾਈਂ ਦਾਸ ਜੀ ਖੁਸ਼ ਹੋਏ ਨੇ ਜੀ। ਹਰ ਆਪ ਤੇ ਕੀ ਖਬਰ ਜੋ ਭਾਈ। ਹਾਂਜੀ। ਜਾਏ ਭਾਰ ਜਾ ਨਿਕਟ ਸੁਨਾਈ। ਜਾ ਕੇ ਸਾਈਂ ਦਾਸ ਜੀ ਨੇ ਉਸੇ ਵੇਲੇ ਆਪਣੀ ਪਤਨੀ ਨੂੰ ਦੱਸਿਆ, ਭਾਗਾਂ ਵਾਲੀਏ। ਹਾਂਜੀ। ਗੁਰ ਜਨਨੀ ਗੰਗਾ ਚਲ ਆਈ। ਗੁਰੂ ਸਾਹਿਬ ਜੀ ਦੇ ਮਾਤਾ ਜੀ ਜਗਤ ਮਾਤਾ ਮਾਤਾ ਗੰਗਾ ਸਾਹਿਬ ਜੀ ਆਏ ਨੇ ਇੱਥੇ ਸਾਡੇ ਕੋਲ।
ਸੰਗ ਨੁਖਾ ਜੁਗ ਮਿਲ ਬੇਹੇਤ, ਨਾਲ ਦੋਵੇਂ ਨੋਵਾਂ ਵੀ ਨਾਲ ਲੈ ਕੇ ਆਏ ਨੇ ਮਾਤਾ ਜੀ। ਕਿਰਪਾ ਕਰੀ ਹਮ ਆਏ ਨਿਕੇਤ, ਸਾਡੇ ਤੇ ਮਾਤਾ ਜੀ ਨੇ ਕਿਰਪਾ ਕੀਤੀ ਤੇ ਸਾਡੇ ਕੋਲ ਚੱਲ ਕੇ ਆਏ ਆ। ਹਾਂਜੀ, ਮੁਦਤ ਲੱਗੀ ਬੂਝਨ ਪਤ ਪਾਹੀ, ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮੁਦਤ ਲੱਗੀ ਬੂਝਨ ਪਤ ਪਾਹੀ। ਸਾਧ ਸੰਗਤ ਜੀ, ਬੀਬੀ ਰਾਮੋ ਜੀ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜੀ। ਬੜੇ ਖੁਸ਼ੀ ਵਿੱਚ ਪੁੱਛਣ ਲੱਗੇ ਆਪਣੇ ਪਤੀ ਨੂੰ, ਸਤਿਗੁਰ ਨਾਥ ਸਾਥ ਕਹਿ ਨਾਹੀ। ਕਹਿਣ ਲੱਗੇ, ਪਤੀ ਜੀ ਮਾਤਾ ਜੀ ਆਏ ਨੇ ਕਿ ਨਾਲ ਗੁਰੂ ਜੀ ਵੀ ਆਏ ਨੇ? ਸਾਡੇ ਮਾਲਕ ਸੱਚੇ ਪਾਤਸ਼ਾਹ ਆਏ ਨੇ ਕਿ ਨਹੀਂ ਆਏ ਨੇ? ਹਾਂਜੀ, ਸੁਨਹੁ ਪ੍ਰੀਐ ਗੁਰ ਪੁਰਵੈ ਆਸ, ਹਾਂਜੀ, ਕਿਉਂ ਨਾ ਆਏ ਦੇਂ ਦਰਸ਼ਨ ਪਾਸ। ਤੇ ਬਾਬਾ ਸਾਈਂ ਦਾਸ ਜੀ ਕਹਿੰਦੇ, ਪਿਆਰੀਏ ਭੋਲੀਏ, ਜੇ ਮਾਤਾ ਜੀ ਆ ਗਏ ਤੇ ਗੁਰੂ ਜੀ ਵੀ ਆ ਜਾਣਗੇ, ਗੁਰੂ ਜੀ ਵੀ ਆ ਜਾਣਗੇ, ਮਹਾਰਾਜ ਵੀ ਆਉਣਗੇ, ਸਾਡੀ ਆਸ ਪੂਰੀ ਕਰਨਗੇ। ਮਹਾਰਾਜ ਕਿਉਂ ਨਹੀਂ ਆਉਣਗੇ? ਹਾਂਜੀ, ਨਾਨਕ ਮਤੈ ਆਪ ਅਬ ਗਏ, ਸੁਣਿਆ ਵੀ ਮਹਾਰਾਜ ਸ੍ਰੀ ਨਾਨਕ ਮੱਤੇ ਗਏ ਹਨ। ਹਾਂਜੀ, ਹਮ ਸਮ ਉਨੈ ਆਵਾਹਨ ਕੀਏ। ਪਤਾ ਲੱਗਾ ਵੀ ਜਿਵੇਂ ਅਸੀਂ ਯਾਦ ਕਰ ਰਹੇ ਨਾ ਉਹਨਾਂ ਨੂੰ, ਉੱਥੇ ਵੀ ਇੱਕ ਬੈਠਾ ਰੱਬ ਦਾ ਪਿਆਰਾ ਉਹਨਾਂ ਨੂੰ ਯਾਦ ਕਰ ਰਿਹਾ। ਹਾਂਜੀ, ਬਸੀ ਪ੍ਰੇਮ ਕੇ ਨਿਕਟਿਓ ਨਾ ਜਾਏ, ਤੇ ਬਸੀ ਪ੍ਰੇਮ ਕੇ ਟਿਕਿਓ ਨਾ ਜਾਏ। ਤੇ ਮਹਾਰਾਜ ਤੇ ਹੈ ਹੀ ਪ੍ਰੇਮ ਦੇ ਵਸ ਨੇ। ਹਾਂਜੀ, ਹਿਤ ਰਛਿਆ ਕੇ ਗੇ ਸਹਸਾਏ। ਮਹਾਰਾਜ ਸੱਚੇ ਪਾਤਸ਼ਾਹ ਕੋ ਰਿਹਾ ਨਹੀਂ ਗਿਆ, ਉਹਦੀ ਰਾਖੀ ਕਰਨ ਵਾਸਤੇ ਮਹਾਰਾਜ ਪਹਿਲਾਂ ਛੇਤੀ ਨਾਲ ਨਾਨਕ ਮੱਤੇ ਗਏ ਨੇ। ਹਾਂਜੀ, ਹਟਹਿ ਤਹਾਂ ਤੇ ਕਰੁਣਾ ਧਰ ਹੈ। ਤੇ ਪਤਾ ਲੱਗਾ ਵੀ ਜਦੋਂ ਨਾਨਕ ਮੱਤਿਓਂ ਆਉਣਗੇ ਤੇ ਫਿਰ ਮਿਹਰ ਕਰਕੇ ਇੱਥੇ ਵੀ ਆਉਣਗੇ, ਬਖਸ਼ਿਸ਼ਾਂ ਕਰਨਗੇ ਸਾਡੇ ਤੇ। ਗੱਜ ਕੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਵੇਖ ਲਓ, ਪਿਆਰ ਦੀਆਂ ਗੱਲਾਂ ਸੁਣਾਉਣ ਦਾ ਵੀ ਆਨੰਦ ਆਉਂਦਾ ਤੇ ਸੁਣਨ ਦਾ ਵੀ ਆਨੰਦ ਆਉਂਦਾ ਹੈ। ਦੋਵੇਂ ਜੀ ਬੜੇ ਖੁਸ਼ ਹੋ ਰਹੇ ਨੇ ਜੀ। ਹਾਂਜੀ, ਹਮ ਹੈ ਨਿਹਾਲ ਦਰਸ ਦੇ ਕਰ ਹੈ। ਬਾਬਾ ਸਾਈਂ ਦਾਸ ਜੀ ਕਹਿੰਦੇ, ਮਹਾਰਾਜ ਕਰਨਗੇ ਨਿਹਾਲ, ਸਾਨੂੰ ਦਰਸ਼ਨ ਦੇਣਗੇ ਸੱਚੇ ਪਾਤਸ਼ਾਹ। ਹਾਂਜੀ, ਪ੍ਰਾਣ ਮੇਰੋ ਪੂਰਿਓ ਲਖ ਦੀਨ। ਸੱਚੇ ਪਾਤਸ਼ਾਹ ਜੀ ਨੇ ਸਾਡਾ ਪ੍ਰਾਣ ਪੂਰਾ ਕਰਨਾ, ਅੱਧਾ ਤੇ ਕਰ ਦਿੱਤਾ ਮਹਾਰਾਜ ਨੇ। ਅੰਤਰਜਾਮੀ ਗੁਰੂ ਪਰਬੀਨ। ਮਹਾਰਾਜ ਤਾਂ ਮੇਰੇ ਸਤਿਗੁਰੂ ਅੰਤਰਜਾਮੀ ਹਨ। ਦਿਨ ਰਾਤ ਕੀ ਅਰਦਾਸਾਂ ਕਰਦੇ ਸੀਗੇ? ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਦਿਨ ਰਾਤ ਅਰਦਾਸਾਂ ਕਰਦੇ ਸੀਗੇ ਜੀ। ਹਾਂਜੀ, ਅਬ ਤੂੰ ਉਠੋ ਉਤਾਇਲ ਠਾਨ। ਹੁਣ ਛੇਤੀ ਘਰ ਤੇ ਉੱਠ ਕਹਿਣ ਲੱਗੇ। ਹਾਂਜੀ, ਆਗੇ ਚਲੋ ਕਰਨ ਸਨਮਾਨ। ਅੱਗੇ ਅਗਲਵਾਂਡੀ ਚੱਲੀਏ, ਸਨਮਾਨ ਕਰਕੇ ਲੈ ਕੇ ਆਈਏ ਘਰ ਤੱਕ ਮਾਤਾ ਜੀ ਨੂੰ। ਮਸਤਕ ਟੇਕ ਸਫਲ ਹਮ ਹੋਵੈ। ਵਾਹ ਵਾਹ ਵਾਹ। ਜਦੋਂ ਅਸੀਂ ਮਾਤਾ ਜੀ ਦੇ ਮੱਥਾ ਟੇਕਾਂਗੇ ਨਾ ਤੇ ਸਾਡਾ ਤੇ ਜਨਮ ਹੀ ਸਫਲ ਹੋ ਜਾਏਗਾ। ਸੰਗਤ ਜੀ, ਇਹ ਉਹ ਨੇ ਜਿਨ੍ਹਾਂ ਬਾਰੇ ਬਾਣੀ 'ਚ ਲਿਖਿਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਇਹਨਾਂ ਨੂੰ ਬਾਣੀ 'ਚ ਵੀ ਮਾਤਾ ਜੀ ਨੂੰ ਧੰਨ ਆਖਿਆ ਜੀ। ਹਾਂਜੀ, ਅਨੇਕ ਜਨਮ ਕੇ ਪਾਤਿਕ ਖੋਵੈ। ਸਾਡੇ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦੇ, ਅਨੇਕਾਂ ਜਨਮਾਂ ਦੇ ਪਾਪ ਜਿਹੜੇ ਆ ਨਾ, ਉਹ ਮਾਤਾ ਜੀ ਨੂੰ ਮੱਥਾ ਟੇਕ ਕੇ ਦੂਰ ਹੋ ਜਾਣੇ ਆ। ਬੜਾ ਜਪ ਤਪ ਬ੍ਰਹਮ ਗਿਆਨ ਦੀ ਅਵਸਥਾ ਮਾਤਾ ਜੀ ਦੀ। ਤਤ ਛਿਨ ਪੂਰਿਓ ਥਾਲ ਪ੍ਰਸਾਦ। ਬਸ ਫਿਰ ਖਾਲੀ ਹੱਥ ਥੋੜੀ ਅਗਲਵੰਡੀ ਜਾਣਾ ਜੀ। ਉਸੇ ਵੇਲੇ ਇੱਕ ਥਾਲ ਪ੍ਰਸ਼ਾਦ ਦਾ ਭਰਿਆ ਜੀ। ਫਿਰ ਪੜਿਓ, ਤਤ ਛਿਨ ਪੂਰਿਓ ਥਾਲ ਪ੍ਰਸਾਦ। ਕਹਿੰਦੇ ਉਸੇ ਵੇਲੇ ਥਾਲ ਇੱਕ ਪ੍ਰਸ਼ਾਦ ਦਾ ਭਰਿਆ। ਦੰਪਤ ਚਲੇ ਧਰੇ ਅਹਲਾਦ। ਦੋਵੇਂ ਜੀ ਸਾਧ ਸੰਗਤ ਦੀ ਬੜੀ ਖੁਸ਼ੀ ਧਾਰ ਕੇ ਤੇ ਤੁਰ ਪਏ ਜੀ, ਵੀ ਰਸਤੇ 'ਚ ਖਲੋ ਜਾਣਾ ਆਪਾਂ। ਹਾਂਜੀ, ਨਗਨ ਚਰਨ ਹੈ ਗਏ ਅਗਾਰੀ। ਵੇਖ ਲਓ, ਫਿਰ ਪਿਆਰ ਦੇ ਵਿੱਚ ਜੋੜੇ ਨਹੀਂ ਪਾਏ, ਨੰਗੇ ਚਰਨ ਨਹੀਂ ਗਏ ਜੀ ਲੈਣ ਜੀ। ਅਜੇ ਗੁਰੂ ਸਾਹਿਬ ਨਹੀਂ ਆਏ, ਮਾਤਾ ਸਾਹਿਬ ਜੀ ਆਏ ਨੇ। ਤੇ ਮਾਤਾ ਜੀ ਦਾ ਇੰਨਾ ਸਤਿਕਾਰ ਹੈ,
ਤੇ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਨਾਨਕ ਮੱਤਿਓਂ ਮਹਾਰਾਜ ਆਉਣਗੇ ਉਹਨਾਂ ਦਾ ਕਿੰਨਾ ਸਤਿਕਾਰ ਕਰਨਗੇ। ਹਾਂਜੀ, ਮਿਲੇ ਮਾਤ ਕੋ ਬੰਧਨ ਧਾਰੀ। ਤੇ ਫਿਰ ਨਾ ਜੀ ਜਦੋਂ ਮਾਤਾ ਜੀ ਨੂੰ ਵੇਖਿਆ, ਮਾਤਾ ਜੀ ਰੱਥ 'ਚ ਨੇ ਤੇ ਬਾਬਾ ਸਾਈਂ ਦਾਸ ਜੀ ਨੇ ਉੱਥੇ ਹੀ ਮੱਥਾ ਟੇਕਿਆ ਜੀ। ਫਿਰ ਜੀ ਤੁਸੀਂ ਵੀ ਟੇਕੋ, ਆਖੋ ਧੰਨ ਮਾਤਾ ਗੰਗਾ ਜੀ, ਧੰਨ ਮਾਤਾ ਗੰਗਾ ਜੀ। ਏਦਾਂ ਨਹੀਂ ਗੱਜ ਕੇ ਆਖਿਆ ਕਰੋ, ਧੰਨ ਮਾਤਾ ਗੰਗਾ ਜੀ। ਮਾਤਾ ਜੀ ਨੂੰ ਮੱਥਾ ਟੇਕਿਆ ਬਾਬਾ ਸਾਈਂ ਦਾਸ ਜੀ ਨੇ। ਹਾਂਜੀ, ਦੋਨੋਂ ਨੇ ਪੱਗ ਪਰ ਸਿਰ ਰਾਖਾ। ਦੋਵਾਂ ਜੀਆਂ ਨਹੀਂ ਜੀ, ਬਾਬਾ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ, ਦੋਵਾਂ ਜੀਆਂ ਨੇ। ਹਾਂਜੀ, ਗੰਗਾ ਪਿੱਖ ਆਸ਼ਿਕ ਮੁਖ ਭਾਖਾ। ਤੇ ਵੱਡਿਆਂ ਨੂੰ ਤੇ ਕੋਈ ਮੱਥਾ ਟੇਕੇਗਾ ਤੇ ਉਹ ਆਸ਼ੀਰਵਾਦ ਹੀ ਦੇਣਗੇ। ਮਾਤਾ ਜੀ ਨੇ ਆਸ਼ੀਰਵਾਦ ਦਿੱਤਾ, ਗੁਰੂ ਭਲਾ ਕਰੇ। ਹਾਂਜੀ, ਬੂਝੀ ਕੁਸ਼ਲ ਹੈ ਸਭ ਥਾਰੇ। ਰਾਜੀ ਖੁਸ਼ੀ ਹੋ, ਠੀਕ ਠਾਕ ਹੋ, ਇਹ ਮਾਤਾ ਜੀ ਪੁੱਛਦੇ ਆ। ਕਿਰਪਾ ਆਪ ਕੀ ਤਿਨਹੁ ਉਚਾਰੇ। ਉਹਨਾਂ ਕੀ ਅੱਗੋਂ ਕਿਹਾ ਜੀ, ਫਿਰ ਸੁਣੋ। ਕਿਰਪਾ ਆਪ ਕੀ ਤਿਨਹੁ ਉਚਾਰੇ। ਦੋਵੇਂ ਜੀ ਕਹਿੰਦੇ ਮਾਤਾ ਜੀ ਤੁਹਾਡੀ ਮਿਹਰ ਹੈ, ਤੁਹਾਡੀ ਕਿਰਪਾ ਹੈ, ਰਾਜੀ ਖੁਸ਼ੀ ਆ। ਹਾਂਜੀ, ਕਰ ਦਰਸ਼ਨ ਵੱਧ ਗਇਓ ਆਨੰਦ। ਤੇ ਹੁਣ ਤੇ ਤੁਹਾਡੇ ਦਰਸ਼ਨ ਕਰ ਲਏ, ਹੋਰ ਆਨੰਦ ਵੱਧ ਗਿਆ ਸਾਡੇ ਅੰਦਰ। ਹਾਂਜੀ, ਪਿਖਿਓ ਚਕੋਰਨ ਪੂਰਨ ਚੰਦ। ਤੇ ਜਿਵੇਂ ਚਕੋਰਾਂ ਪੂਰੇ ਚੰਦ ਨੂੰ ਵੇਂਦੀਆਂ, ਉਵੇਂ ਅਸੀਂ ਤੁਹਾਨੂੰ ਵੇਖ ਰਹੇ ਹਾਂ। ਹਾਂਜੀ, ਪੁੰਨ ਰਾਮੋ ਨਿਜ ਭਗਨੀ ਸੰਗ। ਤੇ ਫਿਰ ਹੁਣ ਆਹ ਗੱਲ ਬੜੇ ਧਿਆਨ ਨਾਲ ਸੁਣਿਓ, ਹੋਵੋ ਸਾਵਧਾਨ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹਿ ਦਿਓ ਵਾਹਿਗੁਰੂ। ਬੀਬੀ ਰਾਮੋ ਜੀ ਆਪਣੀ ਭੈਣ ਦੇ ਕੋਲ ਗਏ ਜੀ, ਮਾਤਾ ਦਮੋਦਰੀ ਜੀ ਦੇ ਕੋਲ। ਬੀਬੀ ਰਾਮੋ ਜੀ ਵੱਡੇ ਨੇ ਜੀ ਰਿਸ਼ਤੇ 'ਚ, ਵੱਡੀ ਭੈਣ ਹੈ ਬੀਬੀ ਰਾਮੋ। ਹਾਂਜੀ, ਮਿਲੀ ਗਰੇ ਸੋ ਹਰਖਤ ਅੰਗ। ਤੇ ਬਹੁਤ ਹੀ ਪ੍ਰੇਮ ਨਾਲ ਮਾਤਾ ਦਮੋਦਰੀ ਜੀ ਨੇ ਗਲੇ ਲਾ ਲਿਆ ਜੀ। ਹਾਂਜੀ, ਜਬ ਬੰਧਨ ਪਾਇਨ ਪਰ ਕੀਨ। ਪਰ ਕਮਾਲ ਦੀ ਗੱਲ ਇਹ ਹੈ, ਮਾਤਾ ਜੀ, ਮਾਤਾ ਦਮੋਦਰੀ ਜੀ ਖਲੋਤੇ ਹੈ ਤੇ ਬੀਬੀ ਰਾਮੋ ਵੱਡੀ ਭੈਣ ਮਾਤਾ ਜੀ ਨੂੰ ਮੱਥਾ ਟੇਕਣ ਲੱਗ ਪਈ ਜੀ। ਵੇਖ ਲੋ, ਵੱਡੀ ਭੈਣ ਨੂੰ ਮਾਣ ਹੁੰਦਾ ਵੀ ਮੈਂ ਵੱਡੀ ਹੈਗੀ ਆ। ਮਾਤਾ ਜੀ ਨੇ, ਮਾਤਾ ਜੀ ਖਲੋਤੇ ਆ ਤੇ ਬੀਬੀ ਰਾਮੋ ਜੀ ਵੱਡੀ ਭੈਣ ਹੋਣ ਦੇ ਬਾਵਜੂਦ ਵੀ ਚਰਨਾਂ ਤੇ ਹੱਥ ਲਾਉਣ ਲੱਗੇ ਜੀ। ਹਾਂਜੀ, ਤਬ ਦਮੋਦਰੀ ਬਰਜਤ ਚੀਨ। ਮਾਤਾ ਦਮੋਦਰੀ ਜੀ ਨੇ ਵਰਜ ਲਿਆ, ਨਾ ਨਾ ਨਾ, ਕਹਿੰਦੇ ਤੁਸੀਂ ਤੇ ਵੱਡੇ ਹੋ, ਵੱਡੀ ਭੈਣ ਤੇ ਮਾਵਾਂ ਵਰਗੀ ਹੁੰਦੀ ਹੈ। ਹਾਂਜੀ, ਮੋਤੇ ਬੜੀ ਆਰ ਬਲ ਤੇਰੀ। ਤੁਸੀਂ, ਤੁਹਾਡੀ ਉਮਰ ਤੇ ਮੇਰੇ ਤੋਂ ਵੱਡੀ ਹੈ, ਤੁਸੀਂ ਤੇ ਮੇਰੇ ਤੋਂ ਵੱਡੇ ਹੋ। ਵੇਖ ਲਓ ਕਿੰਨਾ ਪਿਆਰ ਹੈ। ਹਾਂਜੀ, ਉਚਿਤ ਨਾ ਨਮੋ ਕਰਨ ਕੋ ਮੇਰੀ। ਤੇ ਤੁਹਾਨੂੰ ਮੈਨੂੰ ਮੱਥਾ ਟੇਕਣਾ ਇਹ ਯੋਗ ਨਹੀਂ ਹੈਗਾ, ਮੈਂ ਤੇ ਛੋਟੀ ਆ ਤੁਹਾਡੇ ਤੋਂ, ਤੁਹਾਡੀ ਛੋਟੀ ਭੈਣ ਆ। ਹਾਂਜੀ, ਕਹਿ ਰਾਮੋ ਤੂੰ ਹੈ ਵੱਡ ਭਾਗਨ। ਤੇ ਬੀਬੀ ਰਾਮੋ ਜੀ ਅੱਗੋਂ ਕਹਿਣ ਲੱਗੇ ਤੂੰ ਬੜੇ ਵੱਡੇ ਭਾਗਾਂ ਵਾਲੀ ਹੈ। ਹਾਂਜੀ, ਜਗ ਬੰਧਨ ਕੀ ਪ੍ਰਿਯ ਸੁਹਾਗਨ। ਜਗਤ ਦੇ ਮਾਲਕ ਸਾਡੇ ਸਤਿਗੁਰੂ, ਸਾਡੇ ਮਾਲਕ ਦੀ ਤੂੰ ਸੁਹਾਗਣ ਹੈਗੀ ਹੈ, ਉਹਨਾਂ ਦੀ ਪਤਨੀ ਹੈ, ਮੇਰੇ ਲਈ ਤੇ ਤੂੰ ਪੂਜਨੀਕ ਹੈ। ਕਮਾਲ ਦੀ ਗੱਲ ਹੈ, ਵੇਖੋ ਕਿੰਨਾ ਪਿਆਰ ਹੈ ਸਾਧ ਸੰਗਤ ਜੀ। ਹਾਂਜੀ, ਭੂਤਲ ਕਹਾਂ ਜੇ 14 ਲੋਗ। ਅਸੀਂ ਧਰਤੀ ਦੇ ਆਮ ਲੋਕ ਤੇ ਮਹਾਰਾਜ 14 ਭਵਨਾਂ ਦੇ ਮਾਲਕ ਸੱਚੇ ਪਾਤਸ਼ਾਹ। ਤੂੰ ਸਭ ਕੇ ਨਿਤ ਬੰਧਨ ਜੋਗ। ਮੇਰੀਏ ਭੈਣੇ ਤੂੰ ਮੇਰੇ ਹੀ ਨਹੀਂ, ਤੈਨੂੰ ਤੇ ਸਾਰਾ ਜੱਗ ਹੀ ਪੂਜਦਾ। ਕਿੱਡਾ ਪਿਆਰ ਹੈ। ਬੀਬੀ ਰਾਮੋ ਜੀ ਨੇ ਨਾਮ ਜਪਿਆ, ਨਾਮ ਜਪਣ ਕਰਕੇ ਨਿਮਰਤਾ ਆਈ, ਅਵਸਥਾ ਬਣ ਗਈ ਹੈ ਜੀ, ਅਵਸਥਾ ਬਣ ਗਈ। ਨਹੀਂ ਤੇ ਭੈਣਾ ਭੈਣਾ ਈਰਖਾ ਵੀ ਕਰ ਸਕਦੀਆਂ ਨੇ ਜੀ। ਹਾਂਜੀ, ਛੋਟ ਬਧੂ ਗੁਰ ਕੀ ਪਿੱਖ ਦੂਜੀ। ਫਿਰ ਮਾਤਾ ਗੰਗਾ ਸਾਹਿਬ ਜੀ ਦੇ ਛੋਟੇ ਨੂੰ ਜਗਤ ਮਾਤਾ ਧੰਨ ਮਾਤਾ ਨਾਨਕੀ ਸਾਹਿਬ ਜੀ ਨੂੰ ਮਿਲ ਕਰ ਨਮੋ ਕਰਨ ਤੇ ਪੂਜੀ। ਉਹਨਾਂ ਨੂੰ ਵੀ ਮਿਲੇ, ਨਮਸਕਾਰ ਕੀਤੀ, ਪੂਜਿਆ ਜੀ ਉਹਨਾਂ ਨੂੰ ਵੀ। ਮਿਲੀ ਗਰੇ ਸੋ ਮੋਦ ਵਧਾਏ। ਫਿਰ ਗਲੇ ਵੀ ਲੱਗੇ ਜੀ, ਬੜੀ ਖੁਸ਼ੀ ਕੀਤੀ ਜੀ।
हाँ, कुशल प्रश्न कर दोहन बताए। राजी खुशी पुछी, बड़ा आनंद वाला माहौल डरोली दी धरती ते बन गया। एम सन्मानत लेकर संग, इस तरीके नाल बड़ा ही सन्मान कीता ते नाल लैके तुर पए जी। आई सदन आनंदत अंग, ते माता जी, माता दमोदरी जी, गंगा जी ते नानकी जी नूं नाल लैके बीबी रामो जी बहुत ही आनंद दे विच नवें घर लैके आए जी। फिर जी हाँ, सने सने सब को उतरावा, हौली हौली सारिਆਂ ਨੂੰ ਉਤਾਰਿਆ रथ तो, पालकियां चों, गड्डियां चों। सब वाहन को सिवर करावा। जिन्ने ਗੱਡੀਆਂ ਹੈਗੀਆਂ ਨਾ ਜੀ, ਰੱਥ ਹੈ, ਪਾਲਕੀਆਂ ਹੈ, ਗੱਡੇ ਹੈ, ਉਹਨਾਂ ਨੂੰ ਇੱਕ ਬੰਨੇ ਉਤਾਰਵਾਇਆ ਜੀ। ਹਾਂਜੀ, दोनों लय सनूखा संग, ਦੋਵੇਂ ਨੋਵਾਂ ਨਾਲ ਲੈ ਕੇ आई सदन आनंदत अंग, ਤੇ ਮਾਤਾ ਗੰਗਾ ਜੀ ਸਮੇਤ ਬੀਬੀ ਰਾਮੋ ਜੀ ਨਵੇਂ ਘਰ ਚ ਪ੍ਰਵੇਸ਼ ਹੋਏ ਜੀ। ਹਾਂਜੀ, जो सतगुर हित राखियो मंदिर, ਤੇ ਜਿਹੜਾ ਅਸਥਾਨ ਸਤਿਗੁਰਾਂ ਦੇ ਵਾਸਤੇ ਰੱਖਿਆ ਸੀ ਨਾ ਜੀ, ਹਾਂਜੀ, खोल की वार उतारे अंदर, ਉਹਦੇ ਦਰਵਾਜ਼ੇ ਖੋਲੇ ਜੀ। ਸਫਾਈ ਅੰਦਰ ਰੋਜ਼ ਹੀ ਹੁੰਦੀ ਸੀ, ਅੰਦਰ ਉਤਾਰਿਆ। जथा जोग सब सेवा कीन, ਜੋ ਆਉਂਦਿਆਂ ਦੀ ਸੇਵਾ ਕਰਨੀ ਚਾਹੀਦੀ ਸੀ ਉਹ ਕੀਤੀ ਜੀ। ਪਹਿਲਾਂ ਬ੍ਰਿਖਬ ਤੁਰੰਗਨ ਦਾਨਾ ਦੀਨ, ਬਾਬਾ ਸਾਈਂ ਦਾਸ ਜੀ ਨੇ ਘੋੜਿਆਂ ਨੂੰ, ਊਂਠਾਂ ਨੂੰ, ਬਲਦਾਂ ਨੂੰ, ਸਾਰਿਆਂ ਨੂੰ ਜੋ ਛਕਣਾ ਹੀ ਛਕਾਇਆ ਜੀ। ਦਾਣਾ ਪੱਠਾ ਘਾਹ ਮਨ ਭਾਵਤ ਤ੍ਰਿਣ ਦਏ ਬਤਾਏ, ਐ ਰਾਜਾ ਆਇਆ ਜੀ ਫਿਰ ਉਹਨਾਂ ਨੂੰ। ਹਾਂਜੀ, ਇਹ ਆਗੇ ਮੈਂ ਰੱਖੇ ਬਣਾਏ, ਤੇ ਬਾਬਾ ਸਾਈਂ ਦਾਸ ਜੀ ਉਹਨਾਂ ਪਸ਼ੂਆਂ ਨੂੰ ਕਹਿੰਦੇ ਤੁਹਾਡੇ ਵਾਸਤੇ ਮੈਂ ਪਹਿਲਾਂ ਹੀ ਤਿਆਰੀ ਰੱਖੀ ਸੀ, ਕਹਿਣ ਲੱਗੇ। ਹਾਂਜੀ, ਬਹੁ ਬਿਦ ਕੇ ਆਹਾਰ ਕਰ ਤਿਆਰਾ, ਮਾਤਾ ਜੀ ਦੇ ਵਾਸਤੇ ਫਿਰ ਬੜੇ ਤਰੀਕਿਆਂ ਦਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਤਿਆਰ ਕਰਵਾਇਆ ਗਿਆ। ਭਾਓ ਸਮੇਤ ਪਰੋਸੇ ਥਾਰਾ, ਤੇ ਬਹੁਤੇ ਹੀ ਪ੍ਰੇਮ ਨਾਲ ਫਿਰ ਨਾ ਜੀ ਉਹ ਪਰੋਸਿਆ ਜੀ। ਵੇਖੋ ਗੱਲ ਤੇ ਪਿਆਰ ਦੀ ਜੇ ਆਖੋ ਵਾਹਿਗੁਰੂ ਵਾਹਿਗੁਰੂ। ਬਣਾਓ ਨਿਰੀ ਦਾਲ ਪਰ ਹੋਵੇ ਪਿਆਰ, ਉਹ ਵੀ ਲੱਗਦੀ ਸਵਾਦ ਜੀ। ਇਹ ਤੇ ਹੈ ਹੀ ਪਿਆਰ ਦੇ ਭਰੇ ਪਏ ਜੀ। ਹਾਂਜੀ, ਮ੍ਰਿਦੁਲ ਗਿਰਾ ਜੁਤ ਧਰ ਅਚਵਾਏ, ਤੇ ਫਿਰ ਨਾ ਜੀ ਮਿੱਠੇ ਬੋਲ ਬੋਲ ਕੇ ਉਹ ਪ੍ਰਸ਼ਾਦਾ ਪਾਣੀ ਛਕਾਇਆ। ਕਰ ਸੇਵਾ ਸਗਰੇ ਹਰ ਖਾਏ, ਬਹੁਤ ਹੀ ਖੁਸ਼ ਹੋਏ ਜੀ ਦੋਵੇਂ। ਨਗਰ ਦੇ ਲੋਕ ਵੀ ਬੜੇ ਖੁਸ਼ ਹੋਏ ਮਾਤਾ ਜੀ ਦੀ ਸੇਵਾ ਕਰਕੇ, ਗੁਰੂ ਕੇ ਮਹਿਲਾਂ ਦੀ ਸੇਵਾ ਕਰਕੇ। ਦੋਹਰਾ ਦੰਪਤ ਸੇਵਾ ਕਰਤ ਭੇ, ਵਸਤ ਹੁਤੀ ਸਭ ਤਿਆਰ। ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਦੋਵਾਂ ਨੇ ਫਿਰ ਰੱਜ ਕੇ ਸੇਵਾ ਕੀਤੀ। ਸਾਰੀਆਂ ਵਸਤੂਆਂ ਪਹਿਲਾਂ ਹੀ ਤਿਆਰ ਸੀਗੀਆਂ ਜੀ। ਹਾਂਜੀ, ਭਾਂਤ ਭਾਂਤ ਭੋਜਨ ਕਰੇ, ਮਹਾ ਪ੍ਰੇਮ ਕੋ ਧਾਰ। ਬੜੇ ਪ੍ਰੇਮ ਨਾਲ ਕਈ ਤਰ੍ਹਾਂ ਦਾ ਪ੍ਰਸ਼ਾਦਾ ਛਕਾਇਆ ਜੀ। ਹਾਂਜੀ, ਚੌਪਈ ਰਾਮੋ ਤ੍ਰਿਯ ਪਤ ਸਾਈਂ ਦਾਸ, ਹਾਂਜੀ, ਨਿਸਮੈ ਬੈਠ ਮਾਤ ਕੇ ਪਾਸ। ਤੇ ਹੁਣ ਨਾ ਜੀ ਬੀਬੀ ਰਾਮੋ ਜੀ ਤੇ ਸਾਈਂ ਦਾਸ ਜੀ ਰਾਤ ਨੂੰ ਮਾਤਾ ਗੰਗਾ ਜੀ ਦੇ ਕੋਲ ਬੈਠ ਗਏ ਜੀ। ਹਾਂਜੀ, ਪ੍ਰਥਮ ਗੁਰੂ ਕੇ ਜ਼ਿਕਰ ਚਲਾਏ, ਤੇ ਸਭ ਤੋਂ ਪਹਿਲਾਂ ਗੁਰੂ ਜੀ ਦਾ ਜ਼ਿਕਰ ਚਲਾਇਆ। ਇਹ ਵੀ ਮਾਹੌਲ ਕਿਤੇ ਕਿਤੇ ਵੇਖਣ ਨੂੰ ਮਿਲਦਾ। ਵਾਹਿਗੁਰੂ ਕੋਈ ਵਿਰਲਾ ਹੀ ਪਰਿਵਾਰ ਹੋਏਗਾ ਰਾਤ ਨੂੰ ਸਾਰੇ ਜੀ ਇਕੱਠੇ ਬਹਿ ਕੇ ਗੱਲਬਾਤ ਕਰਦੇ ਹੋਣ ਜੀ। ਇੱਥੋਂ ਵਾਲੇ ਤੇ ਫਿਰ ਵੀ ਥੋੜੀ ਮਿਹਰ ਹੈ ਰੱਬ ਦੀ, ਨਹੀਂ ਤੇ ਕਿੱਥੋਂ ਲੋਕ ਇਕੱਠੇ ਹੋ ਕੇ ਬਹਿੰਦੇ ਜੀ। ਟਾਈਮ ਹੀ ਨਹੀਂ ਹੁੰਦਾ ਜੀ। ਮਾਤਾ ਜੀ ਬਹਿ ਗਏ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਬਹਿ ਗਏ, ਮਾਤਾ ਗੰਗਾ ਜੀ ਵਿਚਕਾਰ ਬੈਠੇ ਆ। ਸਾਈਂ ਦਾਸ ਜੀ ਤੇ ਰਾਮੋ ਜੀ ਨੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਬਾਰੇ ਪੁੱਛਿਆ। ਹਾਂਜੀ, ਕਿਉਂ ਨਹਿ ਸੰਗ ਆਪ ਕੇ ਆਏ। ਮਾਤਾ ਜੀ ਮਹਾਰਾਜ ਕਿਉਂ ਨਹੀਂ ਆਏ ਸੱਚੇ ਪਾਤਸ਼ਾਹ। ਅਬ ਕੇਤਿਕ ਦਿਨ ਮਹਿ ਚੱਲ ਆਵੇਂ, ਤੇ ਹੁਣ ਕਦੋਂ ਕੁ ਸੱਚੇ ਪਾਤਸ਼ਾਹ ਆਉਣਗੇ। ਹਾਂਜੀ, ਹਮ ਦੋਨੋਂ ਹੋ ਜਿਸ ਨਿਸ ਦਿਨ ਧਿਆਵੇਂ। ਅਸੀਂ ਦੋਵੇਂ ਤਾਂ ਦਿਨ ਰਾਤ ਹੀ ਗੁਰੂ ਜੀ ਨੂੰ ਧਿਆਉਂਦੇ ਆ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਈਂ ਦਾਸ ਜੀ ਤਾਂ ਥੋੜਾ ਹੀ ਬਚਨ ਕਰਦੇ ਤਾਂ ਉਹਨਾਂ ਦੀ ਸੁਰਤ ਜੁੜਨ ਲੱਗ ਪੈਂਦੀ ਸੀਗੀ ਜੀ। ਮਾਤਾ ਜੀ ਅਸੀਂ ਤਾਂ ਦਿਨ ਰਾਤ ਅਰਦਾਸਾਂ ਕਰਦੇ। ਕੀ
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਗੱਜ ਕੇ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਅਸੀਂ ਤਾਂ ਬੜਾ ਹੀ ਯਾਦ ਕਰਦੇ ਦਿਨ ਰਾਤ ਹੀ, ਮਹਾਰਾਜ ਕਦੋਂ ਕਹੋਣਗੇ ਸੱਚੇ ਪਾਤਸ਼ਾਹ। ਘਰ ਨਾ ਪ੍ਰਵਿਸ਼ ਹੈ ਹਮ ਪ੍ਰਣ ਕੀਨ, ਅਸੀਂ ਤੇ ਪ੍ਰਣ ਕੀਤਾ ਸੀ ਵੀ ਉਹਨਾਂ ਚਿਰ ਤੱਕ ਘਰ ਦੇ ਅੰਦਰ ਨਹੀਂ ਜਾਣਾ। ਗੁਰ ਅੰਤਰਜਾਮੀ ਸਭ ਚੀਨ, ਤੇ ਮਹਾਰਾਜ ਅੰਤਰਜਾਮੀ ਜੀ ਨੇ ਸਾਡੀ ਗੱਲ ਜਾਣ ਹੀ ਲਈ ਨਾ। ਵੇਖ ਲਓ ਕੋਈ ਸੰਦੇਸ਼ਾ ਨਹੀਂ ਪਹੁੰਚਾਇਆ, ਬਸ ਬਹਿ ਗਏ ਜੀ ਪਿਆਰ ਨਾਲ। ਸ਼੍ਰੀ ਗੰਗਾ ਤਬ ਸਕਲ ਬਤਾਈ, ਤੇ ਫਿਰ ਮਾਤਾ ਜੀ, ਮਾਤਾ ਗੰਗਾ ਜੀ ਜਿਹੜੇ ਗੱਲਬਾਤ ਕਰਨ ਚ ਬਹੁਤ ਸਿਆਣੇ ਨੇ, ਜਾਚ ਸਿੱਖਣੀ ਚਾਹੀਦੀ ਹੈ। ਇਤਿਹਾਸ ਦੀ ਕਥਾ ਸੁਣ ਰਹੇ ਹੋ ਤੁਸੀਂ। ਮਾਤਾ ਗੰਗਾ ਜੀ ਗੱਲਬਾਤ ਕਰਨ ਚ ਬਹੁਤ ਸਿਆਣੇ ਨੇ। ਮਾਤਾ ਜੀ ਨੇ ਫਿਰ ਦੱਸਿਆ, ਉਤ ਕੀ ਹੁਤੀ ਅਧਿਕ ਸਹਸਾਈ, ਕਹਿਣ ਲੱਗੇ ਆਉਣਾ ਤੇ ਹੈਗਾ ਮਹਾਰਾਜ ਨੇ, ਉਧਰ ਨਾ ਛੇਤੀ ਜਾਣਾ ਪਿਆ ਮਹਾਰਾਜ ਨੂੰ। ਹਾਂਜੀ, ਸ਼੍ਰੀ ਨਾਨਕ ਕੋ ਥਾਨ ਬਿਗਾਰਾ, ਕਿਉਂ? ਸਾਡੇ ਸਾਰਿਆਂ ਦੇ ਹੀ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਆਖੋ ਸਾਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਥਾਂ ਦੀ ਬੇਅਦਬੀ ਕੀਤੀ ਸੀ ਕਿ ਸਿੱਧਾਂ ਨੇ। ਹਾਂਜੀ, ਹੋਏ ਆਤੁਰ ਇਹ ਸਿਮਰਨ ਧਾਰਾ, ਤੇ ਉਥੇ ਫਿਰ ਭਾਈ ਅਲਮਸਤ ਆਤੁਰ ਹੋ ਕੇ ਨਾ ਉਹਨੇ ਮਹਾਰਾਜ ਨੂੰ ਯਾਦ ਕੀਤਾ। ਇਤ ਤੁਮਰੋ ਲਖ ਪ੍ਰੇਮ ਕਨੇਰਾ, ਪਰ ਇਧਰ ਤੁਹਾਡਾ ਪਿਆਰ ਵੀ ਮਹਾਰਾਜ ਨੂੰ ਪਹੁੰਚ ਰਿਹਾ ਸੀਗਾ। ਹਾਂਜੀ, ਰਹੇ ਵਿਚਾਰਤ ਬਹੁਰੀ ਬੇਰਾ, ਤੇ ਮਹਾਰਾਜ ਨੇ ਨਾ ਫਿਰ ਬਹੁਤ ਵਾਰ ਵਿਚਾਰ ਕੀਤੀ ਸੀ ਸਾਈਂ ਦਾਸ ਜੀ। ਹਾਂਜੀ, ਦੋਨੋਂ ਦਿਸ਼ ਕੀ ਪੁਰਮਨ ਆਸਾ, ਤੇ ਸਾਈਂ ਦਾਸ ਜੀ ਪੁੱਤਰ ਜੀ ਮਾਤਾ ਜੀ ਦੇ ਛੋਟੇ ਪੁੱਤਾਂ ਵਰਗੇ ਨੇ। ਕਹਿਣ ਲੱਗੇ ਮਹਾਰਾਜ ਦੋਵਾਂ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸੀਗੇ। ਹਾਂਜੀ, ਹਮ ਕੋ ਪਠਿਓ ਕੇ ਦੇਹੋ ਦਿਲਾਸਾ, ਤੇ ਸਾਨੂੰ ਭੇਜਿਆ ਵੀ ਜਾਓ ਤੇ ਸਾਈਂ ਦਾਸ ਜੀ ਨੂੰ ਦਿਲਾਸਾ ਦਿਓ। ਕਹਿਤ ਭਾਏ ਹਮ ਪੂਰਬ ਜਾਏ, ਤੇ ਮਹਾਰਾਜ ਹੁਣ ਪੂਰਬ ਵਾਲੇ ਪਾਸੇ ਗਏ। ਮਹਾਰਾਜ ਨੇ ਸਾਨੂੰ ਇਹ ਕਿਹਾ। ਹਾਂਜੀ, ਕਰਹਿ ਸੰਤ ਕੀ ਤਹਾਂ ਸਹਾਏ, ਉਥੇ ਅਲਮਸਤ ਸੰਤ ਦੀ ਸਹਾਇਤਾ ਕਰਕੇ। ਵੇਖ ਲਓ ਕਈ ਕਹਿੰਦੇ 10 ਗੁਰੂਆਂ ਦੇ ਵੇਲੇ ਕਿਸੇ ਨੂੰ ਸੰਤ ਨਹੀਂ ਕਿਹਾ ਜਾਂਦਾ। ਮਾਤਾ ਜੀ ਕਹਿ ਰਹੇ ਸੀ, ਕਹਿੰਦੇ ਅਲਮਸਤ ਸੰਤ ਹੈ, ਉਹਦੀ ਰਾਖੀ ਕਰਨ ਗਏ ਹੈ। ਹਾਂਜੀ, ਇਤਨੇ ਸਮੇਂ ਜੋ ਸਾਈਂ ਦਾਸ ਬਿਹਬਲ ਹੋਵੇ ਪ੍ਰੇਮ ਪ੍ਰਕਾਸ਼, ਇੰਨੇ ਚਿਰ ਨੂੰ ਮਹਾਰਾਜ ਦੀਆਂ ਗੱਲਾਂ ਹੀ ਕਰਦਿਆਂ, ਬਚਨ ਸੁਣਦਿਆਂ ਹੀ ਸਾਈਂ ਦਾਸ ਜੀ ਬਿਹਬਲ ਹੋ ਗਏ ਜੀ। ਖਿੱਚ ਪੈ ਗਈ ਜੀ ਅੰਦਰ, ਪਿਆਰ ਨੇ ਫਿਰ ਖਿੱਚ ਮਾਰ ਦਿੱਤੀ। ਹਾਂਜੀ, ਤਹਾਂ ਜਾਏ ਮਿਲ ਦਿਓ ਸੁਨਾਏ, ਹਮ ਕੇਤਿਕ ਦਿਨ ਮੈਂ ਅਬ ਆਏ। ਤੇ ਅਜੇ ਸਾਈਂ ਦਾਸ ਜੀ ਬਿਹਬਲ ਹੋ ਗਏ ਆ। ਮਾਤਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਕਹਿੰਦੇ ਸੀ ਸਾਈਂ ਦਾਸ ਬਿਹਬਲ ਨਾ ਹੋ ਜਾਏ, ਸਾਈਂ ਦਾਸ ਨੂੰ ਕਹੋ ਅਸੀਂ ਆ ਹੀ ਰਹੇ ਆ ਛੇਤੀ। ਬਸ ਹੈ ਤੁਮਹਾਰੇ ਢਿੱਗ ਚਿਰਕਾਲ, ਫਿਰ ਇੱਥੇ ਜਦੋਂ ਮਹਾਰਾਜ ਆਉਣਗੇ ਨਾ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਲੰਮਾ ਸਮਾਂ ਰਵਾਂਗੇ ਤੁਹਾਡੇ ਕੋਲ। ਜਾਨ ਸਰਾਹਿਓ ਪ੍ਰੇਮ ਵਿਸਾਲ, ਤੇ ਸਾਈਂ ਦਾਸ ਤੇਰੇ ਪਿਆਰ ਦੀਆਂ ਸਿਫਤਾਂ ਹੀ ਮਹਾਰਾਜ ਆਪਣੇ ਮੁਖੋਂ ਕਰਦੇ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਪਿਆਰ ਵਾਲਿਆਂ ਦੀਆਂ ਫਿਰ ਹੁੰਦੀਆਂ ਹੀ ਸਿਫਤਾਂ ਨੇ ਜੀ। ਮਾਤਾ ਜੀ ਕਹਿ ਰਹੇ ਵੀ ਤੁਹਾਡੇ ਪਿਆਰ ਦੀਆਂ ਤੇ ਮਹਾਰਾਜ ਸਿਫਤਾਂ ਹੀ ਬਹੁਤ ਕਰਦੇ ਸੀਗੇ। ਹਾਂਜੀ, ਇਤਿਆਦਿਕ ਕਹਿ ਸੁਨ ਬਹੁ ਭਾਂਤੀ, ਸੁਪਤ ਜਥਾ ਸੁਖ ਸਭ ਰਾਤੀ। ਇਸ ਤਰੀਕੇ ਨਾਲ ਸਾਧ ਸੰਗਤ ਜੀ ਫਿਰ ਪ੍ਰਸ਼ਾਦੇ ਪਾਣੀ ਛਕਣ ਤੋਂ ਬਾਅਦ ਸਾਰੇ ਆਨੰਦ ਦੇ ਨਾਲ ਆਰਾਮ ਕਰਨ ਲੱਗ ਪਏ। ਸਾਈਂ ਦਾਸ ਜੀ ਫਿਰ ਘਰੋਂ ਬਾਹਰ ਹੀ ਸੁੱਤੇ। ਮੈਂ ਉਦੋਂ ਹੀ ਅੰਦਰ ਸੌਵਾਂਗਾ ਜਦੋਂ ਮੇਰੇ ਮਾਲਕ ਆਉਣਗੇ। ਪਰ ਥੋੜਾ ਧੀਰਜ ਹੋ ਗਿਆ ਜੀ, ਹੌਸਲਾ ਹੋ ਗਿਆ ਜੀ। ਹੌਸਲਾ ਬੜੀ ਵੱਡੀ ਚੀਜ਼ 'ਚ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬਿਮਾਰ ਬੰਦੇ ਨੂੰ ਵੀ ਹੌਸਲਾ ਦੇ ਦਿਓ ਨਾ, ਤੈਨੂੰ ਕੱਖ ਨਹੀਂ ਹੋਇਆ, ਤੂੰ ਚੜ੍ਹਦੀ ਕਲਾ 'ਚ। ਹਾਂਜੀ, ਅੱਧਾ ਰਾਜੀ ਤੋਂ ਤਾਂ ਵੀ ਹੋ ਜਾਂਦਾ ਜੀ।
ਤੇ ਜਦੋਂ ਬਿਮਾਰ ਨੂੰ ਪਹਿਲਾਂ ਨਾ 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 ਹਿੱਲੀ ਨਾ ਤੂੰ, ਉਹ ਹੋਰ ਬਿਮਾਰ ਹੋ ਜਾਂਦਾ ਜੀ ਵਿਚਾਰਾ ਜੀ। ਹੌਸਲਾ ਵੀ ਬੜੀ ਚੀਜ਼ ਹੈਗੀ ਹੈ। ਹਾਂਜੀ, ਧੀਰਜ ਹੋਣਾ, ਤਰਵਾਸਾ ਦੇਣਾ। ਮਾਤਾ ਜੀ ਨੇ ਦਿੱਤਾ ਤਰਵਾਸਾ, ਤੇ ਸਾਈਂ ਦਾਸ ਜੀ ਤੇ ਉਦਣ ਦੇ ਸੁੱਤਿਆਂ ਪਿਆਂ ਵੀ ਮਾਤਾ ਨੂੰ ਚੇਤਾ ਕਰਦੇ ਆ ਜੀ। ਸੋ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਵੇਖਦੇ ਹੁਣ ਮਹਾਰਾਜ ਉਧਰ ਜਾ ਕੇ ਕੀ ਕਰਦੇ, ਤੇ ਸਿੱਧ ਬੜੇ ਵਿਗੜੇ ਜੀ। ਉਹ ਕਥਾ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਸਾਰੇ ਆਖੋ, ਸਾਰੇ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਗੱਜ ਕੇ ਜੋੜ ਕੇ ਜਪ ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਜਿਹੋ ਜਿਹਾ ਪਿਆਰ ਬਾਬਾ ਸਾਈਂ ਦਾਸ ਜੀ ਦੇ ਮਨ ਚ ਹੈਗਾ ਜੀ, ਬੀਬੀ ਰਾਮੋ ਜੀ ਦੇ ਮਨ ਚ ਪਿਆਰ ਤੇ ਸਤਿਕਾਰ ਹੈਗਾ ਜੀ, ਉਹਦਾ ਕਿਣਕਾ ਹੀ ਸਾਡੀ ਝੋਲੀ ਚ ਸੱਚੇ ਪਾਤਸ਼ਾਹ ਪਾਉਣ। ਸਾਡਾ ਜਨਮ ਹੀ ਸਫਲਾ ਹੋ ਜਾਏ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਪ